ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਤੀਰਥ ਮਹਾ ਪਹੁਆ ਨਾਮੂ ਸਾਰ ਸੁਤੀ ਸਲਿਤਾ ਅਪਿਰਾਮੂ। ਗਨ ਪਾਪਨ ਕੋ ਖਾਪਨ ਕਰਨੀ ਜਿਸ ਕੀ ਮਹਿਮਾ ਬੇਦ ਸੋ ਬਰਨੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਵਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਭਨਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਉਚਾਰਨ ਕਰੋ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ ਆਪ ਜੀ ਬੜੇ ਹੀ ਪਿਆਰ ਨਾਲ ਗੁਰੂ ਘਰ ਦੀ ਹਾਜ਼ਰੀ ਭਰ ਕੇ ਆਪਣੇ ਆਪ ਨੂੰ ਪੁੰਨਾਂ ਵਾਲੇ ਬਣਾ ਰਹੇ ਹੋ। ਗੁਰੂ ਜੀ ਦੀ ਮਿਹਰ ਹੋਈ ਹੈ, ਕਿਰਪਾ ਹੋਈ ਹੈ। ਲੜੀਵਾਰ ਕਥਾ ਵਿੱਚ ਆਓ ਸੁਰਤੀਆਂ ਜੋੜੀਏ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦਲਾਂ ਨੂੰ ਭੰਡਣ ਵਾਲੇ ਸਮਰੱਥ ਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਲੜੀਵਾਰ ਕਥਾ ਆਪ ਦੀ ਸੰਗਤਾਂ ਪਿਆਰ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸੰਗਤ ਜੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਨ ਦੁਨੀਆ ਨੂੰ ਧਾਰਦੇ ਹੋਏ ਕਰਤਾਰਪੁਰ ਸਾਹਿਬ ਵਿਖੇ ਪਹੁੰਚੇ ਹਨ ਜੀ। ਕਰਤਾਰਪੁਰ ਜਲੰਧਰ ਵਾਲੇ ਕਰਤਾਰਪੁਰ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਹਨ। ਬਹੁਤ ਸਾਰੀਆਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ ਸੁੱਖ ਆਨੰਦ ਦੇ ਵਿੱਚ ਹੋ ਗਈਆਂ ਹਨ ਜੀ। ਆਪ ਜੀ ਨੇ ਸਰਵਣ ਕੀਤਾ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਵਾਸਤੇ ਪਠਾਨ ਆਏ ਜੀ। ਵੱਡੇ ਮੀਰ ਪਿੰਡ ਦੇ ਉਹ ਪਠਾਨ ਸਨ। ਉਹਨਾਂ ਪਠਾਨਾਂ ਦੇ ਵਿੱਚ ਸਾਧ ਸੰਗਤ ਜੀ ਪੈਂਦੇ ਖਾਂ ਸੀਗਾ। ਮਹਾਰਾਜ ਨੇ ਪੈਂਦੇ ਖਾਂ ਨੂੰ ਵੇਖ ਕੇ ਪੁੱਛਿਆ ਇਹ ਬੱਚਾ ਕੌਣ ਹੈ। ਪੈਂਦੇ ਖਾਂ ਦੇ ਬਾਰੇ ਫਿਰ ਉਹਦੇ ਮਾਮੇ ਇਸਮਾਈਲ ਖਾਨ ਨੇ ਦੱਸਿਆ ਮਹਾਰਾਜ ਇਹ ਅਨਾਥ ਬੱਚਾ ਹੈ, ਮਾਤਾ ਪਿਤਾ ਇਹਦੇ ਝਾਲਾ ਮਾਰ ਗਏ ਹੈ, ਮੈਂ ਹੀ ਇਹਨੂੰ ਆਪਣੇ ਕੋਲ ਰੱਖ ਕੇ ਪਾਲ ਰਿਹਾ ਹਾਂ। ਗੁਰੂ ਜੀ ਦਇਆ ਦੇ ਘਰ 'ਚ ਆਏ, ਤਰਸ ਵਿੱਚ ਆਏ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਇਹ ਬੜਾ ਵੱਡਾ ਯੋਧਾ ਸੂਰਮਾ ਬਣੇਗਾ। ਮਹਾਰਾਜ ਕਹਿਣ ਲੱਗੇ ਅੱਜ ਤੋਂ ਸਾਡਾ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 2 ਮੱਝਾਂ ਉਚੇਚੀਆਂ ਉਹਦੇ ਵਾਸਤੇ ਫਿਰ ਕਰਤਾਰਪੁਰ ਸਾਹਿਬ ਰੱਖੀਆਂ ਜਿਨ੍ਹਾਂ ਦਾ ਦੁੱਧ ਕੇਵਲ ਪੈਂਦੇ ਖਾਂ ਨੇ ਪੀਣਾ ਹੈ ਜੀ। 5 ਰੁਪਈਏ ਹਰ ਰੋਜ਼ ਹੀ ਉਹਨੂੰ ਮਿਲਣਗੇ ਗੁਰੂ ਘਰ ਵਿੱਚੋਂ। ਖਾਣ ਪੀਣ ਨੂੰ ਖੁੱਲ੍ਹਾ ਉਹਦੇ ਭੋਜਨ ਪ੍ਰਸ਼ਾਦ ਵਾਸਤੇ 11 ਰੁਪਈਏ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਜ਼ਮਾਨੇ ਵਿੱਚ ਦਿੱਤੇ ਜੀ। ਬੜੀ ਵੱਡੀ ਰਕਮ ਸੀਗੀ। ਸੱਚੇ ਪਾਤਸ਼ਾਹ ਜੀ ਨੇ
ਦਿੱਤੀ। ਪੈਂਦੇ ਖਾਂ ਨੂੰ ਮਹਾਰਾਜ ਨੇ ਨੌਕਰੀ ਤੇ ਰੱਖਿਆ, ਨਾਲ ਦੇ ਪਠਾਣਾਂ ਨੂੰ ਵੀ ਨੌਕਰੀ ਤੇ ਰੱਖ ਲਿਆ ਜੀ। ਮਹਾਰਾਜ ਜਿੰਨਾ ਚਿਰ ਕਰਤਾਰਪੁਰ ਸਾਹਿਬ 'ਚ ਰਹੇ ਆ, ਉਸ ਸਮੇਂ ਦੌਰਾਨ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਨੂੰ ਆਪਣੇ ਲਾਗੇ ਰੱਖਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਕਮਾਲ ਦੀ ਗੱਲ ਇਹ ਹੈ, ਪੈਂਦੇ ਖਾਂ ਭਰਤੀ ਵੀ ਗੁਰੂ ਦੀ ਫੌਜ ਵਿੱਚ ਕਰਤਾਰਪੁਰ ਸਾਹਿਬ ਹੋਇਆ ਸੀਗਾ ਜੀ। ਤੇ ਕਰਤਾਰਪੁਰ ਦੀ ਧਰਤੀ ਤੇ ਹੀ ਆਉਣ ਵਾਲੇ ਸਮੇਂ 'ਚ ਫਿਰ ਪੈਂਦੇ ਖਾਂ ਨੇ ਜੰਗ ਕਰਨ ਵਾਸਤੇ ਆਪਣੀ ਫੌਜ ਵੀ ਗੁਰੂ ਜੀ ਉੱਤੇ ਚਾੜੀ, ਤੇ ਕਰਤਾਰਪੁਰ ਦੀ ਧਰਤੀ ਤੇ ਹੀ ਇਹਦਾ ਅੰਤ ਹੋਇਆ ਜੀ। ਫਿਰ ਜੀ ਬੜਾ ਬੜਾ ਗੁਰੂ ਸਾਹਿਬ ਨਾਲ ਪੈਂਦੇ ਖਾਂ ਵਿਚਰਦਾ ਰਿਹਾ। ਪੈਂਦੇ ਖਾਂ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਲਾਗੇ ਰਿਹਾ। ਇੱਕ ਦਿਨ ਗੁਰੂ ਜੀ ਜਦੋਂ ਪ੍ਰਸ਼ਾਦਾ ਛਕਦੇ ਆ ਨਾ ਜੀ, ਤੇ ਪੈਂਦੇ ਖਾਂ ਨੂੰ ਲਾਗੇ ਬਿਠਾ ਕੇ ਪ੍ਰਸ਼ਾਦਾ ਮਹਾਰਾਜ ਛਕਦੇ ਆ ਜੀ। ਏਡੇ ਦਿਆਲੂ, ਨਾਲ ਪੈਂਦੇ ਖਾਂ ਨੂੰ ਵੀ ਮਹਾਰਾਜ ਛਕਾਉਂਦੇ ਆ। ਛੋਟੀ ਉਮਰ ਸੀਗੀ ਤੇ ਉਦੋਂ ਮਨ ਵਿੱਚ ਭੋਲਾਪਨ ਸੀਗਾ ਜੀ। ਖੈਰ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਦੇ ਨਾਲ ਨਵਾਜਿਆ, ਕਿਰਪਾ ਕੀਤੀ। ਹੋਰ ਵੀ ਬੜੀਆਂ ਬਖਸ਼ਿਸ਼ਾਂ ਪੈਂਦੇ ਖਾਂ ਦੇ ਉੱਤੇ ਕੀਤੀਆਂ। ਪਿਆਰਿਓ, ਸਮਰੱਥ ਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਹੀ ਬਹੁਤ ਕੁਝ ਹੈਗਾ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਗੁਰੂ ਜੀ ਦੀ ਦ੍ਰਿਸ਼ਟੀ ਵਿੱਚ ਹੀ ਬੜੀਆਂ ਮਿਹਰਾਂ ਹਨ, ਕਿਰਪਾ ਹੈ, ਦਇਆ ਹੈ। ਜੇ ਕਿਸੇ ਬੰਦੇ ਨੂੰ ਦ੍ਰਿਸ਼ਟੀ ਲੈਣ ਦਾ ਤਰੀਕਾ ਆ ਜਾਵੇ ਜੀ, ਕੋਈ ਭਾਗ ਜਾਗ ਜਾਣ, ਕਿਸੇ ਚੰਗੇ ਦੀ ਜੀਵਨ 'ਚ ਸੰਗਤ ਹੋ ਜਾਵੇ, ਤੇ ਉਹਦੇ ਨਾਲ ਰਹਿ ਰਹਿ ਕੇ ਰੰਗ ਲੱਗ ਜਾਵੇ, ਤੇ ਗੁਰੂ ਜੀ ਦੀ ਮਿਹਰ ਲੈਣ ਦੀ ਬੰਦੇ ਨੂੰ ਜਾਚ ਆ ਜਾਵੇ ਜੀ। ਹੁਣ ਆਪਾਂ ਅੱਗੋਂ ਕਥਾ ਸਰਵਣ ਕਰਨੀ ਹੈ। ਗੁਰੂ ਜੀ ਕਰਤਾਰਪੁਰ ਸਾਹਿਬ ਤੋਂ ਤੁਰ ਪਏ ਆ। ਉਦੋਂ ਵੀ ਇਹੋ ਹੀ ਮੇਨ ਰੋਡ ਸੀਗੇ ਸਾਧ ਸੰਗਤ ਜੀ। ਇੱਥੋਂ ਜਲੰਧਰੋਂ ਅੱਗੋਂ ਲੁਧਿਆਣਾ ਸਾਰਾ ਪਾਰ ਕਰਕੇ ਹਰਿਆਣੇ ਦੇ ਲਾਗੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪਹੁੰਚੇ ਹਨ। ਹੁਣ ਇੱਥੋਂ ਕਥਾ ਆਰੰਭ ਹੁੰਦੀ ਹੈ। ਸਾਰੀਆਂ ਸੰਗਤਾਂ ਆਪਾਂ ਕਥਾ ਵਿੱਚ ਸੁਰਤੀਆਂ ਜੋੜੀਏ। ਧਰੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ। ਦੋਵੇਂ ਹੱਥ ਜੋੜ ਕੇ ਗੱਜ ਕੇ ਸਾਰੀ ਸੰਗਤ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਤੀਰਥ ਮਹਾ ਪਹੋਆ ਨਾਮੂ। ਸੱਚੇ ਪਾਤਸ਼ਾਹ ਗਰੀਬ ਨਵਾਜ ਸਾਹਿਬ ਜਾ ਰਹੇ ਹਨ, ਨਾਲ ਕੁਝ ਫੌਜਾਂ ਹਨ। ਗੁਰੂ ਕੇ ਸਿੱਖ ਨਾਲ ਨਾਲ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਵੱਡਾ ਸੁੱਖ ਪ੍ਰਾਪਤ ਕਰ ਰਹੇ ਹਨ ਜੀ। ਚਲਦਿਆਂ ਚਲਦਿਆਂ ਮਹਾਰਾਜ ਉੱਥੇ ਪਹੁੰਚੇ ਆ ਜਿੱਥੇ ਸਾਧ ਸੰਗਤ ਜੀ ਪਹੋਆ ਤੀਰਥ ਹੈ। ਭੇਵਾ ਵੀ ਇਹਨੂੰ ਕਹਿੰਦੇ ਆ ਜੀ। ਹਾਂਜੀ। ਸਾਰਸਵਤੀ ਸਲੇਤਾ ਅਬਿਰਾਮੂ। ਸਰਸਵਤੀ ਜਿਹੜੀ ਨਦੀ ਹੈ, ਬਹੁਤ ਸੋਹਣੇ ਤਰੀਕੇ ਨਾਲ ਉਸ ਭੇਵੇ ਦੇ ਵਿੱਚੋਂ ਲੰਘਦੀ ਹੈ ਸਾਧ ਸੰਗਤ ਜੀ। ਹਾਂਜੀ। ਗਨ ਪਾਪਨ ਕੋ ਖਾਪਨ ਕਰਨੀ। ਹਾਂਜੀ। ਜਿਸ ਕੀ ਮਹਿਮਾ ਵੇਦ ਸੋ ਬਰਨੀ। ਵੇਦਾਂ ਦੇ ਵਿੱਚ ਇਸ ਨਦੀ ਦਾ, ਇਸ ਤੀਰਥ ਦਾ ਬੜਾ ਸਾਧ ਸੰਗਤ ਜੀ ਜਸ ਕੀਤਾ। ਪਹੋਏ ਦਾ, ਭੇਵੇ ਦਾ। ਇਹਨੂੰ ਮੰਨਿਆ ਜਾਂਦਾ ਵੀ ਜਿਹਦੀ ਗਤੀ ਨਹੀਂ ਹੁੰਦੀ ਉੱਥੇ ਜਾ ਕੇ ਗਤੀ ਕਰਾਉਂਦੇ ਆ ਜੀ। ਹਾਂਜੀ। ਸੋ ਖਟ ਕੋਸ ਰਹੀ ਜਬ ਆਵਨ। ਹੁਣ ਉਹ ਪਹੋਆ ਜਿਹੜਾ ਨਾ ਜੀ, ਅਜੇ 6 ਕੋ ਆਉਣਾ ਹੈ ਜੀ। ਇਹਦਾ ਮਤਲਬ ਇਹ ਹੈ ਕਿ ਪਹੋਏ ਤੋਂ 6 ਕੋ ਪਹਿਲਾਂ ਹੀ ਅਜੇ ਮਹਾਰਾਜ ਹਨ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ। ਚਹੈ ਕੇ ਚੱਲ ਤਹੈ ਡੇਰਾ ਪਾਵਨ। ਮਹਾਰਾਜ ਸੱਚੇ ਪਾਤਸ਼ਾਹ ਚਾਹੁੰਦੇ ਆ ਵੀ ਪਹੋਏ ਜਾ ਕੇ ਰੁਕੀਏ, ਕਿਉਂ ਉੱਥੇ ਲੋਕ ਵੀ ਬਹੁਤ ਨੇ, ਸਾਧਨ ਵੀ ਨੇ, ਆਰਾਮ ਵੀ ਵਧੀਆ ਹੋ ਸਕਦਾ ਹੈ ਜੀ। ਹਾਂਜੀ। ਤਹੈ ਇੱਕ ਪਿੰਗਲ ਆਖਨ ਹੀ ਨਾ। ਹੁਣ ਉਹ 6 ਕੋ ਪਹਿਲਾਂ ਹੀ ਨਾ ਸਾਧ ਸੰਗਤ ਜੀ ਇੱਕ ਪਿੰਗਲਾ ਰਹਿੰਦਾ ਹੈ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਜਿਹੜਾ ਅੱਖਾਂ ਤੋਂ ਹੀਣਾ ਉਹਨੂੰ ਵੇਖਦਾ ਨਹੀਂ ਜੀ। ਹੇ ਮੇਰੇ ਵਾਹਿਗੁਰੂ, ਜਦੋਂ ਕੋਈ ਬੰਦਾ ਅੰਨਾ ਹੁੰਦਾ ਨਾ ਜੀ, ਉਹਦੀ ਜ਼ਿੰਦਗੀ ਬੜੀ ਔਖੀ ਹੋ ਜਾਂਦੀ ਹੈ ਜੀ। ਜ਼ਿੰਦਗੀ ਬੜੀ ਔਖੀ ਹੋ ਜਾਂਦੀ ਹੈ, ਬਹੁਤ ਔਖਾ ਕੰਮ ਹੁੰਦਾ ਉਹਦੇ ਵਾਸਤੇ। ਤੇ ਉੱਤੋਂ ਪਿੰਗਲਾ ਜੀ, ਤੁਰਿਆ ਫਿਰਿਆ ਨਹੀਂ ਜਾਂਦਾ ਜੀ। ਹਾਂਜੀ। ਕਿਹ ਸਿੱਖ ਨੇ ਉਪਦੇਸ਼ਨ ਕੀਨਾ। ਉਹਨੂੰ ਦੁਖੀ ਵੇਖ ਕੇ ਨਾ, ਪਿੰਗਲੇ ਨੂੰ, ਅੰਨੇ ਨੂੰ, ਅੱਖਾਂ ਤੋਂ ਹੀਣੇ ਨੂੰ,
ਇੱਕ ਸਿੱਖ ਨੇ ਆਖਿਆ, ਪਿਆਰਿਆ ਤੇਰਾ ਦੁੱਖ ਕੱਟਿਆ ਜਾ ਸਕਦਾ ਹੈ। ਉਹ ਕਹਿਣ ਲੱਗਾ ਵੀ ਮੇਰੇ ਕਰਮਾਂ ਦਾ ਦੁੱਖ ਵੀ ਕੱਟਿਆ ਜਾ ਸਕਦਾ ਹੈ। ਉਹ ਕਹਿੰਦਾ ਹਾਂ, ਕੱਟਿਆ ਜਾ ਸਕਦਾ। ਜੇ ਗੁਰੂ ਹਰਗੋਬਿੰਦ ਸਾਹਿਬ ਤੇਰੇ ਤੇ ਮਿਹਰ ਕਰ ਦੇਣ ਤਾਂ ਤੇਰਾ ਦੁੱਖ ਕੱਟਿਆ ਜਾ ਸਕਦਾ ਹੈ, ਤੇਰੇ ਤੇ ਬਖਸ਼ਿਸ਼ ਹੋ ਸਕਦੀ ਹੈ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫਿਰ ਪੰਕਤੀ ਪੜੋ। ਤਹ ਇੱਕ ਪਿੰਗਲ ਆਖਨ ਹੀਨਾ, ਕਿਹ ਸਿੱਖ ਨੇ ਉਪਦੇਸ਼ਨ ਕੀਨਾ। ਕਿਸੇ ਸਿੱਖ ਨੇ ਉਹਨੂੰ ਉਪਦੇਸ਼ ਦੇ ਦਿੱਤਾ ਵੀ ਗੁਰੂ ਹਰਗੋਬਿੰਦ ਸਾਹਿਬ ਤੇਰੇ ਤੇ ਮਿਹਰ ਕਰਨਗੇ, ਗੁਰੂ ਜੀ ਤੈਨੂੰ ਰਾਜੀ ਕਰ ਸਕਦੇ ਆ। ਹਾਂਜੀ, ਨਿਸ ਦਿਨ ਗੁਰ ਕੋ ਸਿਮਰਤ ਸੋਈ। ਇਸ ਕਰਕੇ ਉਹ ਜਿਹੜਾ ਨੇਤਰਹੀਣ ਸੀ ਨਾ ਜੀ, ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿਨ ਰਾਤ ਹੀ ਯਾਦ ਕਰਿਆ ਕਰੇ, ਗੁਰੂ ਹਰਗੋਬਿੰਦ ਸਾਹਿਬ ਨੂੰ। ਹੇ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀਰੀ ਦੇ ਮਾਲਕ ਮਹਾਰਾਜ, ਮੇਰੇ ਤੇ ਕਿਰਪਾ ਕਰੋ। ਹਾਂਜੀ, ਕਹੈ ਕਿ ਅਬ ਨਹਿ ਮੇਰੋ ਕੋਈ। ਸੱਚੇ ਪਾਤਸ਼ਾਹ ਹੁਣ ਮੇਰਾ ਕੋਈ ਨਹੀਂ ਹੈਗਾ। ਹਾਂਜੀ, ਮਿਲਹਿ ਗੁਰੂ ਸਭ ਜਗ ਕੇ ਦਾਤਾ। ਸੱਚੇ ਪਾਤਸ਼ਾਹ ਤੁਸੀਂ ਜਗਤ ਦੇ ਦਾਤੇ ਹੋ, ਤੁਸੀਂ ਸਮਰੱਥ ਹੋ, ਮੇਰੀ ਤੁਸੀਂ ਰਾਖੀ ਕਰਨੀ ਹੈ। ਆਖੋ ਸਾਰੇ ਸ੍ਰੀ ਵਾਹਿਗੁਰੂ ਵਾਹਿਗੁਰੂ। ਹੁਣ ਵੇਖੋ ਮਹਾਰਾਜ ਜਾ ਤੇ ਰਹੇ ਆ, ਉਹ ਨਾਨਕ ਮੱਤੇ ਵਾਲੇ ਫਕੀਰ ਦੀ ਅਰਦਾਸ ਸੁਣ ਕੇ ਜੀ। ਹਾਂਜੀ, ਮਹਾਰਾਜ ਜਾ ਤੇ ਉਹਦੇ ਕਰਕੇ ਡਏ ਆ ਜੀ, ਪਰ ਵੇਖ ਲੋ ਰਸਤੇ ਵਿੱਚ ਵੀ ਕਈ ਬੈਠੇ ਯਾਦ ਕਰਨ ਦੇ ਆ ਜੀ। ਅਲਮਸਤ ਸੀ ਨਾ ਉਹਦਾ, ਅਲਮਸਤ, ਅਲਮਸਤ ਯਾਦ ਕਰ ਰਿਹਾ ਮਹਾਰਾਜ ਨੂੰ ਜੀ। ਹਾਂਜੀ, ਤੇ ਨਾਨਕ ਮੱਤੇ ਜਾਣਾ ਤੇ ਰਸਤੇ 'ਚ ਵੀ ਕਈ ਯਾਦ ਕਰਨ ਦੇ ਗੁਰੂ ਜੀ ਨੂੰ ਜੀ। ਉਹ ਵੀ ਅਰਦਾਸਾਂ ਕਰਿਆ ਕਰੇ, ਮਹਾਰਾਜ ਮੇਰੇ ਤੇ ਤੁਸੀਂ ਹੈਗੇ ਹੋ ਸੱਚੇ ਪਾਤਸ਼ਾਹ। ਹਾਂਜੀ, ਤਉ ਮੇਰੋ ਸੰਕਟ ਹੋਏ ਹਾਤਾ। ਤੇ ਜੇ ਤੁਸੀਂ ਮੇਰੇ ਤੇ ਮਿਹਰ ਕਰੋ ਤੇ ਫੇਰ ਹੀ ਮੇਰਾ ਦੁੱਖ ਦੂਰ ਹੋਣਾ। ਇਹ ਉਹ ਅਰਦਾਸਾਂ ਕਰਿਆ ਕਰੇ ਜੀ। ਚੱਲ ਪਹੁੰਚਨ ਕੀ ਸ਼ਕਤ ਨਾ ਮੇਰੀ। ਹੁਣ ਉਹ ਪਿੰਗਲਾ ਵੀ ਸੀ ਤੇ ਅੰਨਾ ਵੀ ਸੀਗਾ ਜੀ, ਨਾ ਤੇ ਚੰਗੀ ਤਰ੍ਹਾਂ ਚੱਲ ਹੀ ਸਕਦਾ ਸੀ ਤੇ ਵੇਖ ਤੇ ਉਹ ਸਕਦਾ ਹੀ ਨਹੀਂ ਹੈਗਾ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਤੇ ਉਹ ਅਰਦਾਸਾਂ ਕਰੇ, ਸੱਚੇ ਪਾਤਸ਼ਾਹ ਮੈਂ ਚੱਲ ਕੇ ਨਹੀਂ ਜਾ ਸਕਦਾ, ਮੇਰੀ ਇੰਨੀ ਸ਼ਕਤੀ ਨਹੀਂ ਹੈਗੀ। ਹਾਂਜੀ, ਆਏ ਇਹਾ ਧਰ ਕਿਰਪਾ ਕਨੇਰੀ। ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ ਤੇ ਇੱਥੇ ਆ ਕੇ ਮੈਨੂੰ ਦਰਸ਼ਨ ਦਿਓ, ਮੈਨੂੰ ਵੀ ਰਾਜੀ ਖੁਸ਼ੀ ਕਰੋ, ਤੁਸੀਂ ਇੰਨਿਆਂ ਤੇ ਮਿਹਰ ਕਰਦੇ ਹੋ। ਹਾਂਜੀ, ਇਮ ਮਨ ਠਾਨ ਕਰਾ ਇੱਕ ਗ੍ਰਾਮੂ। ਹਾਂਜੀ, ਗੁਰ ਸਿਮਰਹਿ ਤਹ ਕਰ ਬਿਸਰਾਮੂ। ਤੇ ਉਥੇ ਨਾ ਜੀ ਹੋਏ ਤੋਂ ਪਹਿਲਾਂ ਕਰਾ ਪਿੰਡ ਹੈ, ਕਰਾ ਪਿੰਡ ਜੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਉੱਥੇ ਚਰਨ ਪਾਏ ਸੀਗੇ। ਕਰੇ ਪਿੰਡ ਦੇ ਵਿੱਚ ਉਹ ਅੰਨਾ ਤੇ ਪਿੰਗਲਾ ਰਹਿਣ ਲੱਗ ਪਿਆ ਜੀ। ਹਾਂਜੀ, ਤਿਸ ਕੋ ਸੰਕਟ ਕਾਟਨ ਹੋਤਾ। ਹਾਂਜੀ, ਉਤਰ ਪਰੇ ਤਹ ਕਿਰਪਾ ਨ ਕੀਤਾ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਹੁਣ ਦਿਨ ਰਾਤ ਉਹ ਅਰਦਾਸਾਂ ਕਰਨ ਦਿਆ। ਤੇ ਪਿਆਰਿਓ, ਜਦੋਂ ਕੋਈ ਜੁੜ ਕੇ ਤੇ ਸੱਚੀ ਮੁੱਚੀ ਅੰਦਰੋਂ ਆਤੁਰ ਹੋ ਕੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ, ਉਹ ਅਰਦਾਸ ਗੁਰੂ ਜੀ ਤੱਕ ਪਹੁੰਚ ਜਾਂਦੀ ਹੈ ਜੀ। ਗੁਰੂ ਸਾਹਿਬ ਤੇ ਬੜੇ ਵੱਡੇ ਨਾ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਥਾ ਤੇ ਬਹੁਤ ਹੀ ਵੱਡੀ ਗੱਲ ਹੈ। ਜਿਹੜੇ ਨਾਮ ਜਪਦੇ ਗੁਰੂ ਦੇ ਸਿੱਖ, ਉਹਨਾਂ ਨੂੰ ਕੋਈ ਯਾਦ ਕਰੇ ਗੁਰੂ, ਉਹ ਤਾਂ ਵੀ ਕਲਾ ਵਰਤ ਜਾਂਦੀ ਜੀ ਉੱਥੇ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਉਚੇਚਾ ਉਹਦਾ ਦੁੱਖ ਦੂਰ ਕਰਨ ਵਾਸਤੇ ਕੜੇ ਪਿੰਡ ਮਹਾਰਾਜ ਨੇ ਫੁਰਨਾ ਬਣਾਇਆ ਵੀ ਇੱਥੇ ਰੁਕੀ ਗਏ। ਹਾਂਜੀ, ਸੁਭਟਨ ਕਰੇ ਤੁਰੰਗ ਲਗਾਵਨ। ਮਹਾਰਾਜ ਉੱਥੇ ਉਤਰ ਗਏ ਜੀ। ਪਿੰਡ ਦੇ ਬਾਰ-ਬਾਰ ਖੁੱਲੀਆਂ ਥਾਵਾਂ ਹੁੰਦੀਆਂ ਸੀਗੀਆਂ, ਹੁਣ ਵੀ ਹੈਗੀਆਂ ਨੇ। ਸਿਪਾਹੀ ਘੋੜੇ ਲਾਉਣ ਲੱਗ ਪਏ ਜੀ। ਹਾਂਜੀ, ਸੇਵਤ ਲੱਗੇ ਤ੍ਰਿਣਨ ਕੋ ਲਿਆਵਣ। ਸੇਵਾਦਾਰ ਜਿਹੜੇ ਆ ਸਿੱਖ ਸੰਗਤਾਂ ਜਿਹੜੀਆਂ ਨਾਲ ਨੇ, ਉਹ ਘੋੜਿਆਂ ਦੇ ਘਾਹ ਪੱਠੇ ਦਾ ਪ੍ਰਬੰਧ ਕਰਨ ਲੱਗ ਪਏ ਜੀ। ਹਾਂਜੀ, ਰਸਦ ਖਰੀਦੀ ਗ੍ਰਾਮ ਮਝਾਰਾ। ਤੇ ਪਿੰਡ ਵਿੱਚੋਂ ਲੰਗਰ ਦੀ ਵੀ ਰਸਦ ਪਾਣੀ ਖਰੀਦਿਆ ਜੀ। ਵੇਖ ਲਓ, ਉਸ ਪਿੰਡ ਵਾਲਿਆਂ ਅਜੇ ਬਹੁਤਾ ਸਤਿਕਾਰ ਨਹੀਂ ਕੀਤਾ ਜੀ ਮਹਾਰਾਜ ਦਾ। ਉਚੇਚਾ ਮੁੱਲ ਖਰੀਦ ਕੇ ਸੱਚੇ ਪਾਤਸ਼ਾਹ ਲੰਗਰ
ਮਹਾਰਾਜ ਨੇ ਛਕਣਾ, ਮੁੱਖ ਕਾਰਨ ਉਸ ਅੰਨੇ ਦਾ ਭਲਾ ਹੋ ਜਾਵੇ ਜੀ, ਉਹ ਕਿਸੇ ਤਰੀਕੇ ਨਾਲ ਸਾਡੇ ਤੱਕ ਪਹੁੰਚ ਜਾਵੇ ਜੀ। ਹਾਂਜੀ, ਕਰਨ ਲੱਗੇ ਸਭ ਤਿਆਰ ਆਹਾਰਾ। ਤੇ ਪ੍ਰਸ਼ਾਦਾ ਪਾਣੀ ਜਿਹੜਾ ਉਹ ਤਿਆਰ ਹੋਣਾ ਸ਼ੁਰੂ ਹੋ ਗਿਆ ਜੀ। ਐ ਖੀਰ ਪੂੜੀਆਂ ਕੜਾਹ ਬਣਨ ਲੱਗ ਪਿਆ ਜੀ ਉੱਥੇ। ਹਾਂਜੀ, ਪਿੰਗਲ ਸੁਣੀ ਕਿ ਸਤਿਗੁਰ ਆਏ। ਤੇ ਜਦੋਂ ਉਸ ਪਿੰਗਲੇ ਤੇ ਅੰਨੇ ਨੂੰ ਸੁਣਿਆ, ਉਹ ਕਹਿੰਦਾ ਬੜੀ ਚਹਿਲ ਪਹਿਲ ਜੀ ਲੱਗਣ ਦਈ ਹੈ, ਕੀ ਗੱਲ ਹੈ? ਕਿਸੇ ਨੇ ਦੱਸਿਆ ਆਪਣੇ ਪਿੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਜਦੋਂ ਉਸ ਪਿੰਗਲੇ ਨੇ ਇਹ ਗੱਲ ਸੁਣੀ, ਭਇਓ ਆਨੰਦ ਅੰਗ ਨਹਿ ਮਾਏ। ਉਹ ਇੰਨਾ ਜ਼ਿਆਦਾ ਖੁਸ਼ ਹੋਇਆ, ਇੰਨਾ ਜ਼ਿਆਦਾ ਖੁਸ਼ ਹੋਇਆ, ਭਾਈ ਸੰਤੋਖ ਸਿੰਘ ਜੀ ਕਹਿੰਦੇ ਅੰਗਾਂ ਵਿੱਚ ਨਹੀਂ ਸਮਾਉਂਦਾ ਜੀ ਉਹ ਜੀ। ਜਿਹਨੂੰ ਕਹਿੰਦੇ ਨਾ ਖੁਸ਼ ਹੀ ਬੜਾ ਹੋ ਗਿਆ। ਹੁਣ ਵੇਖੋ ਨਾ ਜੀ, ਅੱਖਾਂ ਤੋਂ ਵੇਖਦਾ ਨਹੀਂ ਤੇ ਤੁਰਿਆ ਚੰਗੀ ਤਰ੍ਹਾਂ ਜਾਂਦਾ ਨਹੀਂ ਜੀ, ਪਰ ਉਹਦੀ ਵੀ ਖੁਸ਼ੀ ਦਾ ਅੰਤ ਨਹੀਂ ਰਿਹਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਏ ਨੇ। ਹਾਂਜੀ, ਰੁੜਤ ਚਲਤ ਨਿਕਸਿਓ ਤਜ ਗ੍ਰਾਮੂ। ਤੇ ਫਿਰ ਨਾ ਜੀ ਰਿੜਦਾ ਰਿੜਦਾ ਜੀ, ਪਿੰਗਲਾ ਹੀ ਨਾ ਜੀ, ਤੁਰ ਨਹੀਂ ਸਕਦਾ ਜੀ। ਭਾਈ ਸੰਤੋਖ ਸਿੰਘ ਲਿਖਦੇ, ਰੁੜਤ ਚਲਿਓ ਨਿਕਸਿਓ ਤਜ ਗ੍ਰਾਮੂ। ਪਤਾ ਕੀਤਾ, ਵੇਖਦਾ ਹੈਗਾ ਨਹੀਂ ਹੈ, ਰਿੜਦਾ ਰਿੜਦਾ ਆਪਣੇ ਸਰੀਰ ਨੂੰ ਘਸੀੜਦਾ ਘਸੀੜਦਾ ਉਹ ਪਿੰਡ ਦੇ ਬਾਹਰ ਪਹੁੰਚਿਆ ਜੀ। ਹਾਂਜੀ, ਗੁਰ ਗੁਰ ਜਪਤ ਹਿਰਦੇ ਮੁਖ ਨਾਮੂ। ਤੇ ਆਪਣੇ ਮੁਖ ਤੋਂ ਇੱਕੋ ਹੀ ਗੱਲ ਕਹਿੰਦਾ, ਸਤਨਾਮ ਵਾਹਿਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਾਮ ਲੈਂਦਾ ਹੋਇਆ, ਆਪਣੇ ਤਨ ਨੂੰ ਘਸੀੜਦਾ ਹੋਇਆ ਅੱਗੇ ਨੂੰ ਜਾ ਰਿਹਾ ਜੀ। ਜਿਸ ਥਲ ਸਤਿਗੁਰ ਥਿਰੇ ਸੁਹਾਵਤ। ਤੇ ਜਿਸ ਜਗ੍ਹਾ ਤੇ ਕਰੇ ਪਿੰਡ ਦੇ ਬਾਰ-ਬਾਰ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬੈਠੇ ਹਨ। ਬੂਝ ਬੂਝ ਤਿਸ ਹੀ ਥਲ ਆਵਤ। ਪੁੱਛਦਾ ਆ ਰਿਹਾ ਤੇ ਲੋਕੀ ਦੱਸ ਰਹੇ ਵੀ ਐਨੂੰ ਮੁੜ ਜਾ। ਇੱਕ ਤੇ ਪਿੰਗਲਾ ਤੇ ਉਤੋਂ ਵੇਖਦਾ ਕੁਛ ਨਹੀਂ ਜੀ। ਬੜਾ ਔਖੀ ਜ਼ਿੰਦਗੀ ਜੀ, ਬਹੁਤ ਔਖੀ ਜ਼ਿੰਦਗੀ ਹੋਈ ਪਈ। ਹਾਂਜੀ, ਆਨ ਪ੍ਰਭੂ ਕੋ ਸੀਸ ਨਿਵਾਇਓ। ਤੇ ਵੇਖ ਲੋ, ਜਹਾਂ ਚਾਹ ਵਹਾਂ ਰਾਹ। ਆਖੋ ਵਾਹਿਗੁਰੂ ਵਾਹਿਗੁਰੂ। ਚੰਗੇ ਭਲੇ ਹੱਥ ਪੈਰ ਸਭ ਕੁਝ ਵਾਹਿਗੁਰੂ ਨੇ ਦਿੱਤਾ, ਪਰ ਸੰਗਤ ਜੀ ਬੰਦਾ ਭਾਗਾਂ ਤੋਂ ਬਗੈਰ ਇੱਥੇ ਆ ਕੇ ਨਹੀਂ ਬਹਿ ਸਕਦਾ ਜੀ। ਤੁਹਾਡੀ ਬੜੀ ਵਧੀਆ ਕਿਸਮਤ ਹੈ, ਤੁਹਾਡੇ ਬੜੇ ਵਧੀਆ ਭਾਗ ਨੇ। ਤੁਹਾਨੂੰ ਜੇ ਵਾਹਿਗੁਰੂ ਨੇ ਹੱਥ ਪੈਰ ਦਿੱਤੇ, ਸਮਾਂ ਦਿੱਤਾ, ਤੁਸੀਂ ਇੱਥੇ ਬੈਠ ਕੇ ਗੁਰੂ ਜੀ ਦਾ ਜਸ ਸੁਣ ਕੇ ਆਪਣਾ ਸਮਾਂ ਸਫਲਾ ਕਰ ਰਹੇ ਹੋ ਜੀ। ਵਾਹਿਗੁਰੂ ਨੇ ਬੜਾ ਕੁਝ ਦਿੱਤਾ, ਪਰ ਸੰਗਤ ਜੀ ਬੰਦਾ ਕਿੱਥੋਂ ਕਦਰ ਕਰਦਾ ਜੀ, ਕਿੱਥੋਂ ਕਦਰ ਕਰਦਾ। ਇੰਨਾ ਹੀ ਕਰ ਲੈ, ਇਹੋ ਹੀ ਸ਼ੁਕਰਾਨਾ ਕਰ ਲੈ ਕਿ ਵਾਹਿਗੁਰੂ ਨੇ ਮੈਨੂੰ ਸਰੀਰ ਦਿੱਤਾ ਹੈ ਜੀ, ਮੈਨੂੰ ਸਰੀਰ ਦਿੱਤਾ, ਮੈਨੂੰ ਜੀਭ ਦਿੱਤੀ ਹੈ, ਤੇ ਮੈਂ ਗੁਰੂ ਘਰ ਆਵਾਂ, ਗੁਰੂ ਜੀ ਅੱਗੇ ਹੱਥ ਜੋੜ ਕੇ ਸਿਰ ਨਵਾਵਾਂ ਤੇ ਜੀਭ ਤੋਂ ਬੋਲਾਂ ਸ੍ਰੀ ਵਾਹਿਗੁਰੂ। ਇਹ ਵੀ ਬੜੀ ਵੱਡੀ ਗੱਲ ਹੈਗੀ ਜੀ। ਹੁਣ ਇਹ ਅੰਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆਇਆ ਜੀ। ਫਿਰ ਪੰਕਤੀ ਉਹੀ ਪੜੋ। ਆਨ ਪ੍ਰਭੂ ਕੋ ਸੀਸ ਨਿਵਾਇਓ। ਆਇਆ, ਅੰਦਾਜ਼ੇ ਦੇ ਨਾਲ ਸਤਿਗੁਰੂ ਜੀ ਨੂੰ ਮੱਥਾ ਟੇਕਿਆ ਜੀ ਇਹਨੇ ਜੀ, ਸਿਰ ਨਵਾਇਆ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ। ਹਾਂਜੀ, ਸਨਮੁਖ ਬੈਠਤ ਬਾਕ ਅਲਾਇਓ। ਤੇ ਫਿਰ ਸਾਹਮਣੇ ਬਹਿ ਗਿਆ ਜੀ। ਹਾਂਜੀ, ਹੁਣ ਮਹਾਰਾਜ ਆਏ ਤੇ ਇਹਦੇ ਕਰਕੇ ਹੀ ਆ ਇੱਥੇ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਇਹ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬਹਿ ਕੇ ਉੱਚੀ ਉੱਚੀ ਗਾਉਣ ਲੱਗ ਪਿਆ, ਬੋਲਣ ਲੱਗ ਪਿਆ ਜੀ। ਹਾਂਜੀ, ਇਨ ਬਾਤਨ ਤੇ ਰਾਵਰ ਨਾਮੂ। ਸੱਚੇ ਪਾਤਸ਼ਾਹ ਤੁਸੀਂ ਇੱਥੇ ਆਏ ਹੋ, ਮੈਨੂੰ ਪਤਾ ਹੈ, ਆਏ ਵੀ ਮੇਰੇ ਕਰਕੇ ਹੋ, ਇਹਨਾਂ ਕਰਕੇ ਹੀ, ਇਸ ਕੰਮ ਕਰਕੇ ਹੀ। ਹਾਂਜੀ, ਦੀਨਾਨਾਥ ਭਨੈ ਅਬਿਰਾਮੂ। ਸਾਰੇ ਤੁਹਾਨੂੰ ਦੀਨਾਨਾਥ ਕਹਿੰਦੇ ਆ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਲੋਕ ਤੁਹਾਨੂੰ ਗਰੀਬ ਨਵਾਜ ਕਹਿੰਦੇ ਆ, ਸੱਚਾ ਪਾਤਸ਼ਾਹ ਕਹਿੰਦੇ ਆ, ਮਾਲਕ ਕਹਿੰਦੇ ਆ। ਇਹਨਾਂ ਗੱਲਾਂ ਕਰਕੇ ਹੀ ਕਹਿੰਦੇ ਆ। ਤੁਸੀਂ ਮਾਲਕ ਕਿੱਥੇ ਇੱਥੇ ਆਏ? ਮੇਰੇ ਕਰਕੇ। ਹਾਂਜੀ, ਤੁਮ ਬਿਨ ਨਹਿ ਕੋ ਜਗਤ ਹਮਾਰਾ। ਤੇ ਬਸ ਫਿਰ ਉਹਨੇ ਕਹਿ ਦਿੱਤਾ ਜੀ,
ਹਾਂਜੀ। ਤੁਝ ਬਿਨ ਕਵਨ ਹਮਾਰਾ, ਤੁਝ ਬਿਨ ਪਾਣੀ ਜਗਾ ਚ ਮੇਰੇ ਪ੍ਰੀਤਮ ਪ੍ਰਾਣ ਆਧਾਰਾ, ਤੁਝ ਬਿਨ ਕਵਨ ਹਮਾਰਾ, ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਆਧਾਰਾ। ਕਹਿੰਦਾ ਮਹਾਰਾਜ ਤੁਮ ਬਿਨ ਨਹਿ ਕੋ ਜਗਤ ਹਮਾਰਾ, ਇਸ ਸੰਸਾਰ ਵਿੱਚ ਮੇਰੇ ਗਰੀਬ ਦਾ ਕੋਈ ਵੀ ਨਹੀਂ ਹੈਗਾ। ਜੇ ਕੋਈ ਮੇਰਾ ਹੈ ਤੇ ਤੁਸੀਂ ਹੈਗੇ ਹੋ। ਆਪਾਂ ਵੀ ਸਾਰੇ ਗੁਰੂ ਜੀ ਨੂੰ ਆਖੀਏ ਤੁਝ ਬਿਨ ਕਵਨ ਹਮਾਰਾ, ਤੁਝ ਬਿਨ। ਅੰਦਰੋਂ ਗੁਰੂ ਹਰਗੋਬਿੰਦ ਸਾਹਿਬ ਦਾ ਧਿਆਨ ਧਰ ਕੇ ਤੇ ਮਹਾਰਾਜ ਨੂੰ ਆਖੋ। ਕਵਨ ਦਾ ਭਾਵ ਹੈ ਕੌਣ ਹੈ, ਤੁਹਾਡੇ ਤੋਂ ਬਗੈਰ ਸਾਡਾ ਕੌਣ ਹੈਗਾ। ਭਾਵ ਜੋ ਵੀ ਹੈਗੇ ਤੇ ਗੁਰੂ ਹਰਗੋਬਿੰਦ ਸਾਹਿਬ ਸਾਡੇ ਤੁਸੀਂ ਹੋ। ਤੁਝ ਬਿਨ ਕਵਨ ਹਮਾਰਾ, ਮੇਰੇ ਪ੍ਰੀਤਮ ਪ੍ਰਾਣ ਆਧਾਰਾ, ਮੇਰੇ ਪ੍ਰੀਤਮ ਪ੍ਰਾਣ ਆਧਾਰ, ਤੁਝ ਬਿਨ ਕਵਨ ਹਮਾਰਾ, ਤੁਝ ਬਿਨ ਮੇਰੇ ਪ੍ਰੀਤਮ ਪ੍ਰਾਣ ਆਧਾਰਾ, ਮੇਰੇ ਪ੍ਰੀਤਮ ਪ੍ਰਾਣ ਆਧਾਰਾ, ਤੁਝ ਬਿਨ ਕਵਨ ਹਮਾਰਾ, ਤੁਝ ਬਿਨ ਕਵਨ ਹਮਾਰਾ। ਉਹਨੇ ਆਖਿਆ ਮਹਾਰਾਜ ਤੁਹਾਡੇ ਤੋਂ ਬਗੈਰ ਹੈ ਹੀ ਕੌਣ ਮੇਰਾ। ਤੇ ਕੋਈ ਸਾਧ ਸੰਗਤ ਉਹਨੂੰ ਰੱਖ ਕੇ ਰਾਜੀ ਨਹੀਂ ਸੀਗਾ ਜੀ। ਹਾਂਜੀ। ਪਗ ਤ੍ਰਿਗ ਬਿਨ ਨਹਿ ਜਾਤ ਪਧਾਰਾ, ਪਗ ਦ੍ਰਿਗ ਬਿਨ ਨਹਿ ਜਾਤ ਪਧਾਰਾ। ਆਉਣਾ ਤੇ ਸੀ ਮੈਂ ਤੁਹਾਡੇ ਕੋਲ, ਪਰ ਨਾ ਮੇਰੇ ਪੈਰ ਤੇ ਨਾ ਅੱਖਾਂ। ਆਉਂਦਾ ਕਿਵੇਂ ਸੱਚੇ ਪਾਤਸ਼ਾਹ ਤੁਹਾਡੇ ਕੋਲ। ਹਾਂਜੀ। ਰਹਿਓ ਪ੍ਰਤੀਖਤ ਆਸ ਤੁਮਾਰੀ, ਇਸ ਕਰਕੇ ਆਸ ਰੱਖ ਕੇ ਮੈਂ ਬੈਠਾ ਹਾਂ ਤੁਹਾਡੀ ਜੀ। ਹਾਂਜੀ। ਜਿਹੜਾ ਬੰਦਾ ਆਸ ਰੱਖਦਾ ਫਿਰ ਮਹਾਰਾਜ ਉਹਦੀ ਆਸ ਪੂਰੀ ਕਰ ਦਿੰਦੇ ਨੇ ਜੀ। ਹਾਂਜੀ। ਬਾਣੀ ਚ ਆਉਂਦਾ ਨਾ, ਪਿਰ ਦੇਖਣ ਕੀ ਆਸ। ਮਹਾਰਾਜ ਮੈਂ ਬੜੇ ਚਿਰ ਦੀ ਆਸ ਰੱਖ ਕੇ ਬੈਠਾ ਸਾਂ, ਸਾਧਨ ਹੀ ਕੋਈ ਨਹੀਂ ਸੀਗਾ ਜੀ ਉਹਦੇ ਕੋਲ। ਹਾਂਜੀ। ਮਮ ਹਿਤ ਆਏ ਕਰੁਣਾ ਧਾਰੀ, ਤੇ ਮੇਰੇ ਉੱਤੇ ਕਿਰਪਾ ਕਰਨ ਵਾਸਤੇ ਤੁਸੀਂ ਇੱਥੇ ਆਏ ਚੱਲ ਕੇ। ਕੇਤਿਕ ਬਰਖ ਬਤੀਤੇ ਮੋਹੀ, ਸੱਚੇ ਪਾਤਸ਼ਾਹ ਕਈ ਸਾਲ ਹੋ ਗਏ ਸੀਗੇ ਮੈਨੂੰ ਬੈਠੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਵੇਖ ਲੋ ਬੰਦਾ ਆਸ ਰੱਖਦਾ ਇੱਕ ਦੋ ਦਿਨ ਤੇ ਬਾਅਦ ਚ ਛਾਈ ਮਾਈ। ਆਸ ਤੇ ਫਿਰ ਲੰਮੀ ਰੱਖਣੀ ਪੈਂਦੀ ਜੀ। ਆਸ ਤਾਂ ਕੀ ਹੈ ਤੇ ਫਿਰ ਉਹਦੀ ਮਿਹਰ ਉਡੀਕਣੀ ਪਏਗੀ ਜੀ। ਮਹਾਰਾਜ ਕਈ ਸਾਲਾਂ ਤੋਂ ਮੈਂ ਤੁਹਾਨੂੰ ਉਡੀਕ ਰਿਹਾ ਸਾਂ। ਹਾਂਜੀ। ਸਿਮਰਨ ਕਰਤ ਸਦਾ ਗੁਰ ਤੋਹੀ, ਸਦਾ ਮੈਂ ਤੁਹਾਨੂੰ ਹੀ ਯਾਦ ਕਰਦਾ ਰਹਿਣਾ ਸਾਂ। ਹਾਂਜੀ। ਆਏ ਮੋਹੇ ਨਿਵਾਜਨ ਹੇਤੂ, ਤੇ ਮੈਨੂੰ ਨਿਵਾਜਣ ਵਾਸਤੇ ਤੁਸੀਂ ਇੱਥੇ ਚੱਲ ਕੇ ਆਏ ਹੋ। ਦੇਹੋ ਦ੍ਰਿਗ ਪਗ ਮੈਂ ਬਨੋ ਸੁਚੇਤ, ਸੱਚੇ ਪਾਤਸ਼ਾਹ ਮੈਨੂੰ ਇੱਕ ਸਿੱਖ ਨੇ ਕਿਹਾ ਸੀ ਜੇ ਤੇਰਾ ਰੋਗ ਕੋਈ ਠੀਕ ਕਰ ਸਕਦਾ ਤੇ ਗੁਰੂ ਹਰਗੋਬਿੰਦ ਸਾਹਿਬ ਕਰ ਸਕਦੇ ਆ। ਤੇ ਮਹਾਰਾਜ ਹੁਣ ਤੁਸੀਂ ਮੇਰਾ ਰੋਗ ਸਹੀ ਕਰੋ, ਮੈਨੂੰ ਅੱਖਾਂ ਵੀ ਦਿਓ ਤੇ ਮੈਨੂੰ ਪੈਰ ਵੀ ਦਿਓ। ਹਾਂਜੀ। ਗੁਰ ਢਿਗ ਸਿਖਨ ਬਾਕ ਸੁਨਾਏ, ਹਾਂਜੀ। ਚਰਨ ਕਮਲ ਕੀ ਰਹਿਓ ਰਜ ਪਾਏ। ਤੇ ਆ ਸੁਣਿਓ ਸੰਗਤ ਜੀ ਬੜੇ ਧਿਆਨ ਨਾਲ, ਗੱਜ ਕੇ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕੋ ਨਾ ਲਾਗੇ ਸਿੱਖ ਬੈਠੇ ਸੀਗੇ। ਉਹਨੂੰ ਫਿਰ ਕਹਿਣ ਲੱਗੇ, ਕਹਿੰਦੇ ਆ ਵੇ ਮਹਾਰਾਜ ਦਾ ਜੋੜਾ ਪਿਆ ਹੈ, ਤੇ ਜੋੜੇ ਤੇ ਤੋਂ ਮਹਾਰਾਜ ਦੇ ਚਰਨ ਧੂੜ ਲਾ
ਤੇ ਆਪਣੀਆਂ ਅੱਖਾਂ ਨੂੰ ਲਾ। ਹਾਂਜੀ ਚਰਨ ਕਮਲ ਕੀ ਲਿਹੋ ਰਜ ਪਾਏ, ਹਾਂਜੀ ਹੋ ਗਿਆ। ਧਰਿਓ ਉਪਾਨਿਯ ਗੁਰ ਕੋ ਚਿਨਾ ਚੀਨ। ਉਹਨੇ ਫਿਰ ਮਹਾਰਾਜ ਦਾ ਜੋੜਾ ਵੇਖਿਆ ਜੀ, ਉਸ ਨੇ ਪਛਾਨਣਾ ਸੀਗਾ ਜੀ, ਗੁਰੂ ਹਰਗੋਬਿੰਦ ਸਾਹਿਬ ਦਾ ਜੋੜਾ ਟੋਹ ਕੇ ਵੇਖਿਆ ਉਹਨੇ ਜੀ। ਹਾਂਜੀ ਲੈ ਤਿੰਨ ਅੰਗਰੀ ਕਸਵਨ ਕੀਨ। ਤੇ ਜੋੜੇ ਦੇ ਵਿੱਚ ਵਾਰ ਦੀ, ਕਿਉਂ ਥੱਲੇ ਜੋੜੇ ਦੇ ਥੱਲੜ ਦੇ ਪਾਸੇ ਤੋਂ ਚਰਨ ਧੂੜ ਨਹੀਂ ਹੋਣੀ ਜੀ, ਚਰਨਾਂ ਦੀ ਧੂੜ ਤਾਂ ਜੋੜੇ ਦੇ ਵਿੱਚ ਹੋਣੀ ਹੈ ਨਾ ਜੀ। ਜੋੜੇ ਦੇ ਵਿੱਚ ਵਾਰ ਨਾ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਸ ਜੋੜੇ ਦੇ ਵਿੱਚ ਵਾਰ ਆਪਣੀਆਂ ਉਂਗਲਾਂ ਘਸਾਈਆਂ ਜੀ। ਹਾਂਜੀ ਜਬ ਨੇਤਰਨ ਕੇ ਵਿੱਚ ਤਿੰਨ ਪਾਈ। ਤੇ ਉਹ ਉਂਗਲਾਂ ਆਪਣੇ ਇੱਥੇ ਅੱਖਾਂ ਤੇ ਲਾਈਆਂ ਜੀ ਉਹਨੇ ਜੀ, ਪਿਆਰ ਨਾਲ ਜੀ। ਹਾਂਜੀ ਭਈ ਆਂਖ ਜਨ ਪ੍ਰਥਮ ਬਣਾਈ। ਤੇ ਬਸ ਫਿਰ ਕੀ ਸੀਗਾ ਜੀ, ਅੰਨਾ ਸੀਗਾ। ਸਤਿਗੁਰੂ ਜੀ ਦੇ ਚਰਨਾਂ ਦੀ ਧੂੜ ਜਦੋਂ ਇੱਥੇ ਅੱਖਾਂ ਤੇ ਲਾਈ ਉਸੇ ਵੇਲੇ ਹੀ ਵਿਖਣਾ ਸ਼ੁਰੂ ਹੋ ਗਿਆ ਜੀ, ਉਸੇ ਵੇਲੇ ਹੀ ਵਿਖਣਾ ਸ਼ੁਰੂ ਹੋ ਗਿਆ। ਇੰਝ ਹੋ ਗਿਆ ਜਿਵੇਂ ਪਹਿਲਾਂ ਹੀ ਠੀਕ ਸੀਗਾ ਜੀ। ਫਿਰ ਉਹਨੇ ਪੈਰਾਂ ਤੇ ਵੀ ਲਾਈ ਜੀ। ਹਾਂਜੀ ਤੇ ਉਹਦੇ ਪੈਰ ਵੀ ਰਾਜੀ ਹੋ ਗਏ, ਪਿੰਗਲਾਪਨ ਵੀ ਠੀਕ ਹੋ ਗਿਆ ਜੀ। ਇਹ ਕਰਾਮਾਤ ਗੁਰਸਿੱਖਾਂ ਨੇ ਆਪਣੀਆਂ ਅੱਖਾਂ ਨਾਲ ਵਰਤਦੀ ਹੋਈ ਵੇਖੀ। ਤੇ ਸੰਗਤ ਦੀ ਇਹ ਗੱਪਾਂ ਨਹੀਂ ਚ ਹੈਗੀਆਂ, ਕਿਤੇ ਗੱਪਾਂ ਨਾ ਸਮਝ ਲਿਓ। ਅੱਜ ਵੀ ਗੁਰੂ ਰਾਮਦਾਸ ਜੀ ਦੇ ਘਰ ਬਖਸ਼ਿਸ਼ਾਂ ਵਰਤਦੀਆਂ ਨੇ ਜੀ, ਅੱਜ ਵੀ ਇਹ ਬਖਸ਼ਿਸ਼ਾਂ ਵਰਤਦੀਆਂ ਨੇ। ਬਿਲਕੁਲ ਅੱਖਾਂ ਦੇ ਸਾਹਮਣੇ ਬੜੇ ਬੜੇ ਭਿਆਨਕ ਪੇਸ਼ੈਂਟ ਬਿਲਕੁਲ ਠੀਕ ਹੁੰਦੇ ਲੋਕਾਂ ਨੇ ਵੇਖੇ ਜੀ, ਬਿਲਕੁਲ ਠੀਕ ਹੁੰਦੇ ਵੇਖੇ। ਆਵੇ ਉਹ ਜਿਹਦੀ ਸ਼ਰਧਾ ਹੈਗੀ ਹੈ, ਹੁਣ ਇਹਦੀ ਸ਼ਰਧਾ ਵੀ ਤੇ ਹੈਗੀ ਹੈ ਨਾ ਜੀ। ਤਰਕ ਮਨ ਚ ਕਰਨੀ, ਇਹ ਸੋਚਣਾ ਪਤਾ ਨਹੀਂ ਕੰਮ ਬਣਨਾ ਜਾਂ ਨਹੀਂ ਬਣਨਾ। ਤੇ ਸੰਗਤ ਦੀ ਇਹ ਸੋਚ ਕੇ ਗੁਰਦੁਆਰੇ ਆਓ ਤਾਂ ਵੀ ਗੱਲ ਨਹੀਂ ਬਣੇਗੀ ਜੀ। ਇਹਦੇ ਵਾਸਤੇ ਪੂਰੀ ਭਾਵਨਾ ਕਿਹੜੀ ਰੱਖਣੀ ਹੈ? ਤੁਝ ਬਿਨ ਕਵਨ ਹਮਾਰਾ, ਤੁਝ ਬਿਨ ਮੇਰੇ ਪ੍ਰੀਤਮ ਪ੍ਰਾਣ ਆਧਾਰਾ। ਤੁਝ ਬਿਨ ਕਵਨ ਹਮਾਰਾ। ਭਾਵਨਾ ਤੇ ਭਰੋਸਾ ਹੋਵੇ, ਗੁਰੂ ਦੀ ਮਿਹਰ ਕਰਦੇ ਬੰਦਾ ਰਾਜੀ ਹੋ ਜਾਂਦਾ ਜੀ। ਦਰਬਾਰ ਸਾਹਿਬ ਇਹੋ ਜਿਹੀਆਂ ਬੜੀਆਂ ਘਟਨਾ ਵਰਤਦੀਆਂ, ਨਿੱਤ ਅਖਬਾਰਾਂ ਵਿੱਚ ਆਉਂਦੀਆਂ ਜੀ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ ਵੀ ਗੁਰੂ ਦੀ ਸ਼ਕਤੀ ਘਟੀ ਨਹੀਂ, ਮਹਾਰਾਜ ਦੀ ਸ਼ਕਤੀ ਉਵੇਂ ਹੀ ਹੈਗੀ ਹੈ। ਸਾਡੀ ਸ਼ਰਧਾ ਨਹੀਂ ਹੈਗੀ ਸਾਧ ਸੰਗਤ ਜੀ, ਸਾਡੀ ਸ਼ਰਧਾ ਨਹੀਂ ਹੈਗੀ ਜੀ। ਗੁਰੂ ਹਰਗੋਬਿੰਦ ਸਾਹਿਬ ਤੇ ਬੜੇ ਵੱਡੇ ਜੀ, ਮਹਾਰਾਜ ਤੇ ਬੜੇ ਵੱਡੇ, ਬਹੁਤ ਹੀ ਵੱਡੇ ਆ। ਅੱਜ ਵੀ ਦੁਲਚੀ ਕੇ ਗੁਰੂ ਅਮਰਦਾਸ ਜੀ ਦਾ ਜੋੜਾ ਜਿਹੜਾ ਮੱਥੇ ਤੇ ਲਾਉਂਦਾ, ਸਾਧ ਸੰਗਤ ਜੀ ਉਹਦਾ ਕੰਮ ਬਣਦਾ, ਉਹਦਾ ਪਾਗਲਪਨ ਦੂਰ ਹੁੰਦਾ, ਉਹਦੇ ਰੋਗ ਦੂਰ ਹੁੰਦੇ। ਅੱਜ ਵੀ ਜੋੜਿਆਂ 'ਚ ਤਾਕਤਾਂ ਹੈਗੀਆਂ ਨੇ ਜੀ, ਗੁਰੂ ਜੀ ਦੇ ਜੋੜਿਆਂ 'ਚ ਅੱਜ ਵੀ ਤਾਕਤਾਂ। ਮੈਂ ਅੱਗੇ ਤੁਹਾਨੂੰ ਬੜੀ ਬੜੀ ਗੱਲ ਦੱਸੀ ਆ। ਇੱਕ ਗੁਰਮੁਖ ਪਿਆਰੇ ਇੰਗਲੈਂਡ 'ਚ ਰਹਿੰਦੇ ਆ। ਜਦੋਂ ਮੈਂ ਉਹਨਾਂ ਨੂੰ ਕਿਤੇ ਸਬੱਬੀ ਫੋਨ ਲੱਗ ਜੇ ਤੇ ਉਹ ਉਹਨਾਂ ਦੇ ਵਾਲਪੇਪਰ ਲੱਗਾ ਜੀ 10ਵੇਂ ਪਾਤਸ਼ਾਹ ਦੇ ਜੋੜਿਆਂ ਦਾ ਜੀ। ਉਹਨਾਂ ਵਾਲਪੇਪਰ ਸਤਿਗੁਰਾਂ ਦੇ ਜੋੜਿਆਂ ਦਾ ਲਾਇਆ ਜੀ। ਤੇ ਉਹ ਜਦੋਂ ਵੀ ਦਰਸ਼ਨ ਹੋ ਜਾਣ ਅੰਦਰ ਭਾਵਨਾ ਬਣਦੀ ਹੈ, ਇਹ ਜੋੜੇ ਮੇਰੇ ਬਾਜਾਂ ਵਾਲੇ ਪਾਉਂਦੇ ਹੈਗੇ ਜੀ। ਹਾਂਜੀ ਭਾਵਨਾ ਬਣਾਓ, ਭਾਵਨਾ ਵੱਡੀ ਰੱਖੋ, ਮਿਹਰ ਜ਼ਰੂਰ ਹੋਏਗੀ ਜੀ। ਗੁਰੂ ਸਾਹਿਬ ਬਹੁਤ ਵੱਡੇ ਨੇ, ਬਹੁਤ ਵੱਡੇ ਨੇ। ਗੁਰੂ ਜੀ ਦੇ ਪਿਆਰੇ ਹੀ ਨਹੀਂ ਮਾਣ ਹੈਗੇ ਸਾਧ ਸੰਗਤ ਜੀ। ਬਾਬਾ ਜਵਾਲਾ ਸਿੰਘ ਖੂਬ ਨਾਮ ਜਪਿਆ ਉਹਨਾਂ ਨੇ। ਹਿੰਦੂ ਬੰਦਾ ਬਹਾਲੀ ਰਾਮ ਉਹਨਾਂ ਦੇ ਕੋਲ ਆਇਆ, ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ ਜੀ। ਪਹਿਲਾ ਨਾਮ ਬਹਾਲੀ ਰਾਮ ਸੀ, ਫਿਰ ਉਹ ਬਣਿਆ ਸੰਤ ਬਹਾਲ ਸਿੰਘ। ਜਦੋਂ ਉਹ ਸੇਵਾ ਕਰਦੇ ਹੁੰਦੇ ਸੀ ਨਾ ਜੀ, ਤੇ ਮਹਾਂਪੁਰਖਾਂ ਲੰਗਰ ਦੀ ਸੇਵਾ ਲਾਤੀ ਵੀ ਤੂੰ ਲੰਗਰ ਵਰਤਾਉਣਾ।
ਇੱਕ ਦਿਨ ਬਹਾਲ ਸਿੰਘ ਨੇ ਆਖਿਆ, ਮਹਾਂਪੁਰਖੋ ਤੁਸੀਂ ਮੈਨੂੰ ਲੰਗਰ ਦੀ ਸੇਵਾ 'ਚ ਤੇ ਲਾਤਾ। ਜਦੋਂ ਮੈਂ ਲੰਗਰ ਛਕਾਉਣਾ ਸੰਗਤਾਂ ਨੂੰ ਤੇ ਤਰ੍ਹਾਂ ਤਰ੍ਹਾਂ ਦੇ ਸਰੀਰ ਹੁੰਦੇ ਆ, ਮੇਰੇ ਮਨ 'ਚ ਮੈਲੇ ਫੁਰਨੇ ਬਣਦੇ ਆ, ਮੇਰੀ ਸੇਵਾ ਬਦਲ ਦਿਓ। ਬੜੇ ਖਰਾਬ ਮੈਲੇ ਫੁਰਨੇ, ਟਿਕਣ ਨਹੀਂ ਦਿੰਦੇ ਬੰਦੇ ਨੂੰ। ਇੰਨੇ ਚੰਦਰੇ ਨੇ, ਪਾਠ ਕਰਦਿਆਂ ਵੀ ਬੰਦੇ ਦਾ ਖਹਿੜਾ ਨਹੀਂ ਛੱਡਦੇ ਜੀ। ਪੜਨ ਬੰਦਾ ਬਾਣੀ ਡਿਆ ਹੁੰਦਾ ਜੀ, ਚੱਲਣੇ ਡਏ ਹੁੰਦੇ ਆ ਜੀ। ਹਾਂਜੀ, ਕਹਿੰਦਾ ਮਹਾਂਪੁਰਖੋ ਮੇਰੇ ਅੰਦਰ ਮਾੜੇ ਫੁਰਨੇ ਬਣਦੇ, ਮੈਲੇ ਫੁਰਨੇ ਬਣਦੇ, ਜਾਂ ਮਹਾਰਾਜ ਮੇਰੀ ਥਾਂ ਬਦਲ ਦਿਓ, ਮੈਂ ਨਹੀਂ ਇੱਥੇ ਸੇਵਾ ਕਰਨੀ। ਤਾਂ ਉਹਨਾਂ ਮਹਾਂਪੁਰਖਾਂ ਪਤਾ ਕੀ ਕੀਤਾ ਜੀ? ਉਹਦੀ ਬਾਂਹ ਫੜੀ ਜੀ, ਕੁੱਟ ਕੇ। ਬਹਾਲੀ ਰਾਮ ਦੀ, ਬਹਾਲ ਸਿੰਘ ਦੀ ਕਹਿ ਲਓ, ਬਾਂਹ ਫੜ ਕੇ ਕਹਿੰਦੇ ਜਾ, ਗੁਰੂ ਨਾਨਕ ਸਾਹਿਬ ਮਿਹਰ ਕਰਨਗੇ, ਅੱਜ ਤੋਂ ਬਾਅਦ ਕੋਈ ਵੀ ਮਾੜਾ ਫੁਰਨਾ ਅੰਦਰ ਬਣੇਗਾ ਹੀ ਨਹੀਂ। ਬਸ ਬਚਨ ਕਰਤਾ ਜੀ, ਬਚਨ ਕਰਤਾ, ਉਹਦੇ ਤੋਂ ਬਾਅਦ ਕਦੀ ਉਹਦੇ ਅੰਦਰ ਮਾੜਾ ਫੁਰਨਾ ਬਣਿਆ ਹੀ ਨਹੀਂ ਜੀ। ਗੁਰੂ ਸਾਹਿਬ ਤੇ ਬਹੁਤ ਹੀ ਵੱਡੇ ਨਾ, ਗੁਰੂ ਹਰਗੋਬਿੰਦ ਸਾਹਿਬ ਤਾਂ ਬਹੁਤ ਹੀ ਵੱਡੇ ਹੈ ਪਿਆਰਿਓ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿੱਖ ਨਹੀਂ ਮਾਣ ਹੈਗੇ ਜੀ। ਜਿਹੜੇ ਗੁਰੂ ਜੀ ਦਾ ਨਾਮ ਜਪਦੇ, ਉਹ ਬਖਸ਼ਿਸ਼ਾਂ ਇਹੋ ਜਿਹੀਆਂ ਵਰਤਾ ਦਿੰਦੇ ਆ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਮਿਹਰ ਨਾਲ ਪਿੰਗਲਾ ਅੰਨਾ ਜਿਹੜਾ ਸੀ, ਉਹ ਰਾਜੀ ਖੁਸ਼ੀ ਹੋ ਗਿਆ ਜੀ। ਹਾਂਜੀ, ਗੁਰ ਬਪ ਸੁੰਦਰ ਭਿਖਿਓ ਅਗਾਰੀ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਉਹਨੇ ਦਰਸ਼ਨ ਕੀਤੇ ਜੀ ਫਿਰ ਜੀ। ਹਾਂਜੀ, ਬਾਰ ਬਾਰ ਹੋਵਤ ਬਲਿਹਾਰੀ। ਤੇ ਫਿਰ ਨਾ ਜੀ ਹੋਂ ਵਾਰ ਵਾਰ ਆਪਣੇ ਗੁਰੂ ਕੋ ਜਾਸਾ, ਬਲਿਹਾਰ ਜਾਵੇ ਮਹਾਰਾਜ ਤੋਂ ਸੱਚੇ ਪਾਤਸ਼ਾਹ, ਮੇਰੀ ਤੇ ਜ਼ਿੰਦਗੀ ਸਵਾਰਤੀ ਤੁਸੀਂ। ਹਾਂਜੀ, ਧੰਨ ਗੁਰੂ ਜਿਮ ਸੁਣਿਓ ਬਿਸ਼ੇਖਾ। ਹਾਂਜੀ, ਤਥਾ ਬਿਲੋਚਨ ਤੇ ਅਬ ਦੇਖਾ। ਮੈਂ ਸੁਣਿਆ ਸੀ ਤੁਸੀਂ ਸੋਹਣਿਆਂ ਦੇ ਸੁਲਤਾਨ ਹੋ, ਤੁਸੀਂ ਬੜੇ ਸੋਹਣੇ ਹੋ, ਜੋ ਮੈਂ ਸੁਣਿਆ ਆਪਣੀਆਂ ਅੱਖਾਂ ਤੋਂ ਵੇਖ ਵੀ ਲਿਆ। ਹਾਂਜੀ, ਨਿਤ ਦੀਨਨ ਪਰ ਕਿਰਪਾ ਧਾਰੋ। ਹਾਂ, ਹਮ ਸਮ ਪਤਿਤਨ ਪੂੰਜ ਉਧਾਰੋ। ਸੱਚੇ ਪਾਤਸ਼ਾਹ ਇਸੇ ਤਰ੍ਹਾਂ ਸਾਡੇ ਗਰੀਬਾਂ ਤੇ ਮਿਹਰ ਹੀ ਰੱਖਿਓ, ਮੇਰੇ ਵਰਗੇ ਪਾਪੀਆਂ ਨੂੰ ਮਹਾਰਾਜ ਉਧਾਰ ਦਿਓ ਸੱਚੇ ਪਾਤਸ਼ਾਹ। ਹਾਂਜੀ, ਇਤਿਆਦਿਕ ਬਹੁ ਉਸਤਤ ਕੀਨ। ਹੁਣ ਉਹਦੇ ਨਾਲ ਕਿਰਪਾ ਵਰਤੀ ਸੀਗੀ ਜੀ, ਉਹਨੇ ਬੜੀ ਸਿਫਤ ਕੀਤੀ, ਬੜਾ ਜਸ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਸਤਿਗੁਰ ਕਿਰਪਾ ਦ੍ਰਿਸ਼ਟ ਦੁਖਹੀਨ। ਗੁਰੂ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਤਾਂ ਉਹਦੇ ਦੁੱਖ ਦੂਰ ਕਰ ਦਿੱਤੇ ਸਾਰੇ ਜੀ। ਹਾਂਜੀ, ਕਹਿਓ ਕਿ ਲੋਚਨ ਤੈ ਅਬ ਪਾਏ। ਹੁਣ ਮਹਾਰਾਜ ਬਚਨ ਕਰਨ ਲੱਗੇ, ਧਿਆਨ ਨਾਲ ਸੁਣਿਓ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਵੀ ਹੁਣ ਤੈਨੂੰ ਅੱਖਾਂ ਤੇ ਮਿਲ ਹੀ ਗਈਆਂ, ਕਹਿਣ ਲੱਗੇ ਅੱਖਾਂ ਤੈਨੂੰ ਮਿਲ ਗਈਆਂ। ਹਾਂਜੀ, ਇਸ ਥਲ ਕੋ ਸੇਵ ਹੋ ਹਿਤ ਲਾਏ। ਤੇ ਹੁਣ ਜਿਸ ਜਗ੍ਹਾ ਤੇਰੇ ਤੇ ਬਖਸ਼ਿਸ਼ ਹੋਈ ਤੇ ਆਪਾਂ ਇੱਥੇ ਬੈਠੇ ਆ, ਇਸ ਜਗ੍ਹਾ ਦੀ ਤੂੰ ਸੇਵਾ ਕਰਨੀ ਪਿਆਰ ਨਾਲ, ਕਹਿਣ ਲੱਗੇ। ਹਾਂਜੀ, ਬੜਨੀ ਫੇਰ ਹੋ ਦੀਪਕ ਬਰਿਹੋ। ਇੱਥੇ ਝਾੜੂ ਫੇਰਨਾ ਰੋਜ਼ ਤੇ ਦੀਵਾ ਬਾਲਣਾ, ਆਖੋ ਵਾਹਿਗੁਰੂ ਵਾਹਿਗੁਰੂ। ਬੜਾ ਫਾਇਦਾ ਚ। ਮਹਾਰਾਜ ਦੀ ਇੱਕ ਪੰਕਤੀ ਹੈ, ਦੇਹੋ ਸੂਹਨੀ ਸਾਧਕ ਹੈ। ਸੂਹਨੀ ਝਾੜੂ ਨੂੰ ਕਹਿੰਦੇ ਜੀ, ਬੜਨੀ ਵੀ ਝਾੜੂ ਨੂੰ ਕਹਿੰਦੇ। ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਦੇ ਘਰਾਂ 'ਚ ਜਾ ਕੇ, ਭਾਵ ਗੁਰੂ ਘਰ ਜਾ ਕੇ ਜੀ, ਸਤਿਗੁਰੂ ਦੇ ਅਸਥਾਨ ਤੇ ਜਾ ਕੇ ਝਾੜੂ ਫੇਰਿਆ ਕਰੋ, ਤੁਹਾਨੂੰ ਬੜਾ ਫਲ ਮਿਲੇਗਾ ਜੀ। ਜਿੰਨਾ ਫੇਰਿਆ ਉਹਨੇ ਹਾਲ ਹੋ ਗਏ ਜੀ। ਇੱਕ ਬੰਦਾ ਸ਼ਰਾਬ ਛੱਡਣੀ ਚਾਹੁੰਦਾ ਸੀਗਾ ਜੀ, ਤੇ ਸ਼ਰਾਬ ਨਹੀਂ ਸੀ ਛੁੱਟ ਰਹੀ ਜੀ ਉਹਦੇ ਕੋਲੋਂ, ਚਾਹੁੰਦਾ ਸੀ ਉਹ ਛੱਡਣੀ। ਹਾਂਜੀ, ਤੇ ਜਿੱਥੇ ਮਹਾਰਾਜ ਦਾ ਸਥਾਨ ਹੈ ਨਾ ਤਮਤਾਨ ਸਾਹਿਬ, ਕਿਸੇ ਗੁਰਮੁਖਾਂ ਕੋਲ ਗਿਆ, ਉਹ ਕਹਿਣ ਲੱਗੇ ਵੀ ਤਮਤਾਨ ਸਾਹਿਬ ਨੂੰ ਜਿਹੜੀ ਸੜਕ ਜਾਂਦੀ ਹੈ, ਹਰ ਰੋਜ਼ ਉਸ ਸੜਕ ਤੇ ਝਾੜੂ ਫੇਰਿਆ ਕਰ ਤੇ ਗੁਰੂ ਘਰ ਫੇਰਿਆ ਕਰ। ਉਹਨੇ ਜਦੋਂ ਝਾੜੂ ਫੇਰਨਾ, ਸੇਵਾ ਕਰਨੀ, ਮਿਹਰ ਹੋ ਗਈ, ਸ਼ਰਾਬ ਵੱਲ ਨੂੰ ਮੂੰਹ ਹੀ ਨਹੀਂ ਕੀਤਾ ਜੀ ਉਹਨੇ ਜੀ। ਮਿਹਰ ਹੋ ਗਈ ਨਾ ਜੀ। ਫਿਰ ਮਹਾਰਾਜ ਕਹਿੰਦੇ ਝਾੜੂ ਫੇਰਿਆ ਕਰ, ਦੀਵਾ ਬਾਲਿਆ ਕਰ। ਹਾਂਜੀ, ਸਦਾ ਗੁਰੂ ਕੋ ਨਾਮ ਸੰਭਾਰਹੁ। ਸਦਾ ਹੀ ਵਾਹਿਗੁਰੂ ਵਾਹਿਗੁਰੂ ਜਪਿਆ ਕਰ, ਨਾਮ ਨੂੰ ਚੇਤੇ ਕਰਿਆ ਕਰ। ਹਾਂਜੀ, ਜੋ ਸਿੱਖ ਪੂਜਹਿ ਦੇ ਧਨ ਆਨ। ਹੁਣ ਜਦੋਂ ਤੂੰ ਇਸ ਜਗ੍ਹਾ ਬਹਿਣਾ
ਤੇਰੀ ਪੂਜਾ ਵੀ ਹੋਣੀ ਕਹਿਣ ਲੱਗੇ, ਇਸ ਜਗ੍ਹਾ ਦੀ ਵੀ ਪੂਜਾ ਹੋਣੀ ਤੇ ਲੋਕਾਂ ਤੈਨੂੰ ਮਾਇਆ ਦਇਆ ਕਰਨੀ ਹੈ। ਹਾਂਜੀ, ਤਿਸ ਕੋ ਬਾਂਟ ਕਰਹੁ ਗੁਜਾਰਨ। ਤੇ ਉਹ ਮਾਇਆ ਜਿਹੜੀ ਉਹ ਤੂੰ ਵੰਡ ਕੇ ਛਕਣੀ ਕਹਿਣ ਲੱਗੇ, ਲੰਗਰ ਲਾਉਣਾ ਇੱਥੇ। ਹਾਂਜੀ, ਆਵਤ ਜਾਤ ਸਿੱਖ ਬਸ ਜਾਏ। ਵੇਖੀ ਇੱਥੇ ਆਉਂਦਿਆਂ ਜਾਂਦਿਆਂ ਸਿੱਖ ਰਿਹਾ ਕਰਨਗੇ, ਮਹਾਰਾਜ ਕਹਿਣ ਲੱਗੇ। ਹਾਂਜੀ, ਤਿੰਨ ਕਹੋ ਦੇ ਆਹਾਰ ਅਚਵਾਏ। ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਕਰਨਾ। ਵੇਖ ਲੋ, ਸੇਵਾ ਵੀ ਬਖਸ਼ਿਸ਼ ਕਰਤੀ ਜੀ ਉਹਨੂੰ ਜੀ। ਹਾਂਜੀ, ਪੀਛੇ ਆਪ ਕਰਹੁ ਪੁੰਨ ਖਾਨ। ਚੇਤਾ ਰੱਖੀ, ਪਹਿਲਾਂ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣਾ, ਬਚਿਆ ਹੋਇਆ ਆਪ ਖਾਣਾ ਕਹਿਣ ਲੱਗੇ। ਬੜੀ ਵੱਡੀ ਗੱਲ ਹੈਗੀ ਜੀ ਇਹ ਜੀ। ਹਾਂਜੀ, ਕਰਹੁ ਕਾਰ ਸਭ ਹੀ ਇਸ ਥਾਨ। ਬਸ ਇਸ ਥਾਂ ਦੀ ਸੇਵਾ ਕਰਨੀ। ਮਹਾਰਾਜ ਕਹਿਣ ਲੱਗੇ, ਜਿੱਥੇ ਤੇਰੇ ਤੇ ਬਖਸ਼ਿਸ਼ ਹੋਈ ਹੈ, ਇਸ ਜਗ੍ਹਾ ਦੀ ਸੇਵਾ ਕਰਿਆ ਕਰ। ਹਾਂਜੀ, ਇਸ ਪ੍ਰਕਾਰ ਕੀ ਸਿੱਖਿਆ ਦੀਨਸ। ਇਸ ਤਰੀਕੇ ਨਾਲ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖਿਆ ਦਿੱਤੀ ਜੀ ਉਹਨੂੰ, ਉਹਦੇ ਤੇ ਮਿਹਰ ਕੀਤੀ ਜੀ। ਹਾਂਜੀ, ਪਿੰਗਲ ਭਾ ਪ੍ਰਸੰਨ ਹਿਤ ਚੀਨਸ। ਉਹ ਜਿਹੜਾ ਪਿੰਗਲਾ ਸੀ ਉਹ ਖੁਸ਼ ਬੜਾ ਹੋਇਆ ਜੀ। ਹਾਂਜੀ, ਮਹਾਰਾਜ ਨੇ ਰਾਜੀ ਖੁਸ਼ੀ ਵੀ ਕਰਤਾ, ਮਾਇਆ ਦਾ ਵੀ ਬਚਨ ਕਰਤਾ ਵੀ ਮਾਇਆ ਬੜੀ ਆਏਗੀ, ਜੁਗਤੀ ਵੀ ਦੱਸ ਦਿੱਤੀ ਵੀ ਮਾਇਆ ਵਰਤਣੀ ਕਿਵੇਂ ਹੈ। ਹਾਂਜੀ, ਸਿਰ ਧਰ ਕਰੇ ਹਉ ਬਾਕ ਤੁਮਾਰਾ। ਤੇ ਉਹਨੇ ਫਿਰ ਮਹਾਰਾਜ ਨੂੰ ਕਿਹਾ, ਸੱਚੇ ਪਾਤਸ਼ਾਹ ਸਿਰ ਪਰਨੇ ਹੋ ਕੇ ਤੁਹਾਡਾ ਬਚਨ ਮੰਨਿਆ ਕਰਾਂਗਾ, ਭਾਵ ਤੁਹਾਡਾ ਬਚਨ ਦੀ ਅਦੁੱਲੀ ਨਹੀਂ ਕਰਾਂਗਾ ਕਦੀ। ਹਾਂਜੀ, ਹਲਤ ਪਲਤ ਮੁਰ ਸਰਬ ਸੁਧਾਰਾ। ਸੱਚੇ ਪਾਤਸ਼ਾਹ ਤੁਸੀਂ ਤੇ ਮੇਰਾ ਲੋਕ ਵੀ ਸੁਧਾਰ ਦਿੱਤਾ ਤੇ ਸੇਵਾ ਬਖਸ਼ ਕੇ ਪਰਲੋਕ ਵੀ ਸੁਧਾਰ ਦਿੱਤਾ। ਹਾਂਜੀ, ਤੁਮ ਸਮਾਨ ਹੈ ਕਹਾਂ ਕਿਰਪਾਲੂ। ਹਾਂਜੀ, ਦੀਨਨ ਦਇਆਲ ਸੋ ਨਾਮ ਵਿਸਾਲੂ। ਸੱਚੇ ਪਾਤਸ਼ਾਹ ਤੁਹਾਡੇ ਤੋਂ ਬਗੈਰ ਇਸ ਦੁਨੀਆ 'ਚ ਕੋਈ ਐਸਾ ਨਹੀਂ ਹੈਗਾ ਜਿਹੜਾ ਇਹੋ ਜਿਹੀ ਕਿਰਪਾ ਕਰੇ, ਤੁਰੰਤ ਹੀ ਰਾਜੀ ਕਰਦੇ ਬੰਦੇ ਨੂੰ। ਸੰਗਤ ਜੀ, ਕੁਝ ਪੱਲੇ ਹੋਏਗਾ ਤੇ ਵੰਡੇਗਾ ਨਾ, ਆਖੋ ਵਾਹਿਗੁਰੂ। ਕੁਝ ਪੱਲੇ ਹੈ ਹੀ ਨਹੀਂ ਹੈ ਤੇ ਵੰਡੇਗਾ ਕੋਈ ਕੀ ਜੀ। ਮਹਾਰਾਜ ਦੇ ਤੇ ਭੰਡਾਰੇ ਭਰੇ ਪਏ ਜੀ। ਹਾਂਜੀ, ਤਿਹ ਸਥਾਨ ਸ਼੍ਰੀ ਹਰਿ ਗੋਬਿੰਦ। ਕਰਿਓ ਪੁਜਾਰੀ ਕਿਰਪਾ ਬਿਲੰਦ। ਭਾਈ ਸੰਤੋਖ ਸਿੰਘ ਕਹਿੰਦੇ, ਹੁਣ ਉਸ ਬੰਦੇ ਦੀ ਕਥਾ ਸੁਣੋ ਵੀ ਉਹਦੇ ਨਾਲ ਬਣਿਆ ਕੀ ਜੀ। ਮਹਾਰਾਜ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਜੀ ਉਹਨੂੰ ਉਸ ਜਗ੍ਹਾ ਦਾ ਪੁਜਾਰੀ ਬਣਾ ਕੇ ਤੇ ਅੱਗੇ ਚਲੇ ਗਏ ਜੀ। ਹਾਂਜੀ, ਸੇਵਤ ਹੀ ਤਿਸ ਥਲ ਕੋ ਰਹਿਓ। ਇਹ ਫਿਰ ਉਸ ਜਗ੍ਹਾ ਦੀ ਸੇਵਾ ਕਰਦਾ ਰਿਹਾ ਜੀ, ਲੰਮਾ ਸਮਾਂ ਉਸ ਜਗ੍ਹਾ ਦੀ ਸੇਵਾ ਕਰਦਾ ਰਿਹਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਬੈਠੇ। ਹਰ ਰੋਜ਼ ਝਾੜੂ ਫੇਰਨਾ, ਦੀਵਾ ਜਗਾਉਣਾ, ਲਾਗੇ ਬਹਿ ਕੇ ਬਾਣੀ ਪੜ੍ਹਨੀ ਜੀ। ਹਾਂਜੀ, ਕਿਤਿਕ ਬਰਖ ਬੀਤੇ ਦੁਖ ਦਹਿਓ। ਕੁਝ ਮਹੀਨੇ ਕੁਝ ਸਾਲ ਲੰਘੇ, ਸਭ ਦੁੱਖ ਦਰਿਦਰ ਦੂਰ, ਮਾਇਆ ਆਉਣ ਲੱਗ ਪਈ ਉੱਥੇ, ਖੂਬ ਲੰਗਰ ਚੱਲ ਗਿਆ ਜੀ ਉੱਥੇ। ਹਾਂਜੀ, ਸ਼੍ਰੀ ਗੁਰੂ ਤੇਗ ਬਹਾਦਰ ਗਏ। ਕੁਝ ਸਾਲਾਂ ਤੋਂ ਬਾਅਦ ਉਸੇ ਹੀ ਜਗ੍ਹਾ ਤੇ ਕਰੇ ਪਿੰਡ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਗਏ ਹੈਗੇ ਜੀ। ਹਾਂਜੀ, ਨਿਜ ਨਵੇਸ਼ ਤਹਿ ਕਰਤੇ ਭਏ। ਸੱਚੇ ਪਾਤਸ਼ਾਹ ਉੱਥੇ ਰਹੇ ਜੀ ਜਾ ਕੇ ਜੀ, ਕਰੇ ਪਿੰਡ ਵਿੱਚ ਜੀ। ਹਾਂਜੀ, ਤਿੰਨ ਕੋ ਦਰਸ਼ਨ ਕਰ ਹਰ ਖਾਇਓ। ਇਹ ਫਿਰ ਬੜਾ ਖੁਸ਼ ਹੋਇਆ ਜੀ ਉਸ ਜਗ੍ਹਾ ਤੇ ਦਰਸ਼ਨ ਕਰਕੇ ਜੀ। ਹਾਂਜੀ, ਸਤਨਾਮ ਸਿਮਰਨ ਬਰ ਪਾਇਓ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਤੇ ਸਤਨਾਮ ਸਿਮਰਨ ਦਾ ਵਰ ਵੀ ਮਿਲਿਆ ਜੀ ਇਹਨੂੰ। ਮਹਾਰਾਜ ਨੇ ਰੁਕੀ ਹੋਈ ਅਵਸਥਾ ਅੱਗੇ ਵੀ ਤੋਰੀ ਜੀ। ਹਾਂਜੀ, ਕੂਪ ਬਾਗ ਹਿਤ ਧਨ ਬਹੁ ਦੀਨੋ। ਸੱਚੇ ਪਾਤਸ਼ਾਹ ਨੇ ਫਿਰ ਖੂਹ ਲਵਾਉਣ ਵਾਸਤੇ ਤੇ ਬਾਗ ਲਵਾਉਣ ਵਾਸਤੇ ਮਾਇਆ ਵੀ ਦਿੱਤੀ ਚੰਗੀ ਜੀ, ਵੀ ਉਹ ਫਿਰ ਜਗ੍ਹਾ ਦਾ ਵਿਸਥਾਰ ਹੋ ਗਿਆ ਨਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਇਸ ਜਗ੍ਹਾ ਸਾਡੇ ਪਿਤਾ ਗੁਰੂ ਜੀ ਨੇ ਚਰਨ ਪਾਏ ਆ, ਇਸ ਜਗ੍ਹਾ ਦੀ ਸੇਵਾ ਹੋਣੀ ਚਾਹੀਦੀ ਹੈ। ਹਾਂਜੀ, ਆਨ ਥਾਨ ਪੁਨ ਪਿਆਨਾ ਕੀਨੋ। ਤੇ ਆਨ ਥਾਨ ਪੁਨ ਪਿਆਨਾ ਕੀਨੋ, ਗੱਜ ਕੇ ਆਖੋ ਵਾਹਿਗੁਰੂ। ਸੱਚੇ ਪਾਤਸ਼ਾਹ ਉੱਥੋਂ ਫਿਰ ਅੱਗੇ ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ। ਹਾਂਜੀ, ਪੁਨ ਸਤ ਗੁਰ ਦਸਵੇਂ ਪਾਤਸ਼ਾਹ। ਉਸੇ ਜਗ੍ਹਾ ਫਿਰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਬੈਠੇ ਕਰੇ ਪਿੰਡ 'ਚ ਸਮਾਂ ਪਾ ਕੇ 10ਵੇਂ ਪਾਤਸ਼ਾਹ ਗਏ ਜੀ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਹਾਂਜੀ,
ਪਹੁੰਚੇ ਦੇਖੈ ਨਰ ਥਿਤ ਤਾਹੂ। ਮਹਾਰਾਜ ਸੱਚੇ ਪਾਤਸ਼ਾਹ ਅੰਤਰਜਾਮੀ ਜਾਣੀ ਜਾਣ। ਮਹਾਰਾਜ ਛੇਵੇਂ ਪਾਤਸ਼ਾਹ ਚ ਬੰਦਾ ਬਿਠਾਇਆ ਸੀ ਉੱਥੇ ਮਹਾਰਾਜ ਨੇ। ਮਹਾਰਾਜ ਕਹਿੰਦੇ ਹੁਣ ਵੇਖੀਏ ਵੀ ਉਹ ਹੈਗਾ ਕਿ ਨਹੀਂ ਹੈਗਾ। ਹਾਂਜੀ। ਹਿਤ ਸਨਮਾਨ ਖਰੋ ਨਹਿ ਹੋਵਾ। ਹਾਂਜੀ। ਹਯ ਪਰ ਚਰੇ ਸਥਿਰ ਗੁਰ ਜੋਵਾ। ਤੇ ਸਾਧ ਸੰਗਤ ਜੀ ਮਾਇਆ ਆ ਗਈ ਜ਼ਿਆਦਾ ਤੇ ਉਹਦਾ ਮਨ ਭਰਮ ਗਿਆ ਜੀ। ਚੰਗੇ ਭਲੇ ਬੰਦੇ ਇਹਨੂੰ ਭੁੱਲ ਗਿਆ ਵੀ ਇਹੋ ਹੀ ਸਤਿਗੁਰੂ ਨੇ। ਮਾਇਆ ਜ਼ਿਆਦੀ ਆ ਗਈ, ਉਹਨੂੰ ਚੇਤਾ ਭੁੱਲ ਗਿਆ। ਉੱਠ ਕੇ ਸਨਮਾਨ ਵੀ ਨਹੀਂ ਕੀਤਾ ਮਹਾਰਾਜ ਦਾ ਜੀ। ਜਦੋਂ ਮਹਾਰਾਜ ਗਏ ਨਾ ਜੀ ਉੱਥੇ ਤੇ ਸਨਮਾਨ ਨਹੀਂ ਕੀਤਾ ਉੱਠ ਕੇ। ਮਹਾਰਾਜ ਘੋੜੇ ਤੇ ਬੈਠੇ ਬੈਠੇ ਰਹੇ ਜੀ। ਹਾਂਜੀ। ਬੂਝੇ ਮਨੁਜ ਅਹੈ ਇਹ ਕੌਣ। ਹਾਂਜੀ। ਕਹਿਓ ਗ੍ਰਾਮ ਕਰਹਾਲੀ ਭੌਨ। ਮਹਾਰਾਜ ਨੇ ਪੁੱਛਿਆ ਵੀ ਇਹ ਕੌਣ ਬੰਦਾ ਹੈਗਾ ਜਿਹੜਾ ਬੈਠਾ ਇੱਥੇ। ਤੇ ਉੱਥੋਂ ਦੇ ਪਿੰਡ ਵਾਲਿਆਂ ਦੱਸਿਆ ਜੀ ਮਹਾਰਾਜ ਕਰੇ ਪਿੰਡ ਦਾ ਬੰਦਾ, ਕਰੇ ਪਿੰਡ ਦਾ। ਹਾਂਜੀ। ਆਇਓ ਇਹ ਠਾਂ ਹੈ ਸਸੁਰਾਗ। ਹਾਂਜੀ। ਵਿੱਚ ਪਰਗਨੇ ਠਿਕਾਨੇਦਾਰ। ਤੇ ਮਹਾਰਾਜ ਇਹਦਾ ਇੱਥੇ ਹੀ ਵਿਆਹ ਹੋਇਆ ਬਾਅਦ ਵਿੱਚ ਇਸ ਜਗ੍ਹਾ ਤੇ। ਇੱਥੇ ਇਹਦੇ ਸਹੁਰੇ ਆ ਤੇ ਇਹਦਾ ਬੜਾ ਤੇਜ ਪ੍ਰਤਾਪ ਬਣ ਗਿਆ ਸੱਚੇ ਪਾਤਸ਼ਾਹ। ਇੱਥੇ ਮਾਇਆ ਬੜੀ ਆਈ ਇਹਦੇ ਕੋਲ। ਹਾਂਜੀ। ਸਹਿਜ ਸੁਭਾਇਕ ਸੁਨਤ ਬਖਾਨੇ। ਇਹਦਾ ਟਿਕਾਣਾ ਬਣ ਗਿਆ ਇੱਥੇ ਮਹਾਰਾਜ ਪੂਰਾ। ਇਹ ਹੁਣ ਇੱਥੋਂ ਦਾ ਮਾਲਕ ਹੈ ਤੇ ਜਗ੍ਹਾ ਤੋਂ ਗੁਰੂ ਦੀ ਹੈਗੀ ਜੀ। ਚੇਤਾ ਰੱਖਿਓ ਗੁਰੂ ਦੀ ਜਗ੍ਹਾ ਤੇ ਸੇਵਾ ਕਰਨ ਵਾਲੇ ਨੂੰ ਕਦੀ ਕਮੀ ਨਹੀਂ ਰਹੇਗੀ ਜੀ। ਕਦੀ ਕਮੀ ਨਹੀਂ ਰਹੇਗੀ। ਨਿਮਰਤਾ ਨਾਲ ਪ੍ਰੇਮ ਨਾਲ ਕੋਈ ਸੇਵਾ ਕਰੀ ਚੱਲੇ ਜੀ। ਮਹਾਰਾਜ ਨੇ ਇਹਨੂੰ ਟਿਕਾਣਾ ਬਣਾ ਲਿਆ, ਮਾਲਕੀ ਬਣਾ ਲਈ ਇਸ ਜਗ੍ਹਾ ਤੇ। ਹਾਂਜੀ। ਸਹਿਜ ਸੁਭਾਇਕ ਸੁਨਤ ਬਖਾਨੇ। ਸੁਣ ਕੇ ਇਹ ਗੱਲ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸਹਿਜ ਸੁਭਾਈ ਕਹਿਣ ਲੱਗੇ। ਸ਼੍ਰੀ ਕਲਗੀਧਰ ਤੇਜ ਮਹਾਨੇ। ਮਹਾਰਾਜ ਦਾ ਤੇਜ ਪ੍ਰਤਾਪ ਬਹੁਤ ਕਲਗੀਧਰ ਜੀ ਦਾ ਜੀ। ਹਾਂਜੀ। ਅਬ ਸਭ ਗਏ ਠਿਕਾਨੇ ਠਰਕ। ਮਹਾਰਾਜ ਕਹਿੰਦੇ ਹੁਣ ਨਹੀਂ ਫਿਰ ਟਿਕਾਣੇ ਰਹਿਣਗੇ ਇੱਥੇ, ਹੁਣ ਨਹੀਂ ਰਹਿਣਗੇ ਇਹਦੇ। ਹਾਂਜੀ। ਗਏ ਪ੍ਰਥਮ ਕੇ ਟਿਕੇ ਟਰਕ। ਮਹਾਰਾਜ ਕਹਿਣ ਲੱਗੇ ਜਿਹੜੇ ਟਰਕ ਕਹਿੰਦੇ ਜਿਹੜੇ ਪਹਿਲਾਂ ਦੇ ਵੀ ਸੀ ਨਾ ਉਹ ਵੀ ਜਿਹੜੇ ਆ ਸਮਝੋ ਉਹ ਚਲੇ ਗਏ ਜੀ ਟਿਕਾਣੇ। ਕਈ ਕਹਿੰਦੇ ਆ ਉਹ ਸਿੱਖ ਸਰੀਰ ਤਿਆਗ ਗਿਆ ਸੀ, ਉਹਦੀ ਥਾਂ ਤੇ ਹੋਰ ਸੀਗਾ ਇੱਥੇ ਜੀ। ਕਈ ਕਹਿੰਦੇ ਉਹੋ ਹੀ ਸੀਗਾ ਜੀ। ਗੱਲ ਕੀ ਉਸ ਜਗ੍ਹਾ ਕਲਗੀਧਰ ਮੁੜ ਗਏ, ਉਹਨੇ ਸਤਿਕਾਰ ਨਹੀਂ ਕੀਤਾ ਜਿਹੜਾ ਉੱਥੇ ਬੈਠਾ ਸੀਗਾ। ਤੇ ਗੁਰੂ ਜੀ ਨੇ ਕਿਹਾ ਵੀ ਹੁਣ ਨਹੀਂ ਟਿਕਾਣੇ ਰਹਿਣਗੇ ਜੀ। ਭਾਗ ਤੇ ਨਿਮਰਤਾ ਵਾਲੇ ਨੂੰ ਲੱਗਣੇ ਜੀ। ਨਿਮਰਤਾ ਵਾਲੇ ਨੂੰ ਥਾਵਾਂ ਤੇ ਗੁਰੂ ਦੀਆਂ ਨੇ ਜੀ। ਬੰਦਾ ਆਖੇ ਮੇਰਾ ਕਬਜ਼ਾ, ਕਬਜ਼ੇ ਵਾਲੇ ਨਹੀਂ ਕਾਮਯਾਬ ਹੁੰਦੇ। ਇਹ ਗੁਰੂ ਦੀਆਂ ਥਾਵਾਂ ਨੇ। ਇੱਥੇ ਨਿਮਰਤਾ ਵਾਲਿਆਂ ਨੂੰ ਭਾਗ ਲੱਗਦੇ ਆ। ਹਾਂਜੀ। ਇਮ ਕਹਿ ਤੁਰਤ ਤੁਰੰਗ ਹਟਾਏ। ਇਹ ਕਹਿ ਕੇ ਦਸਵੇਂ ਪਾਤਸ਼ਾਹ ਨੇ ਉੱਥੋਂ ਫਿਰ ਘੋੜਾ ਮੋੜ ਲਿਆ ਹੈਗਾ ਜੀ। ਹਾਂਜੀ। ਉਤਰੇ ਕਲਸੇ ਗ੍ਰਾਮ ਸੁਜਾਏ। ਅੱਗੇ ਕਲਸਾ ਪਿੰਡ ਹੈ ਮਹਾਰਾਜ ਫਿਰ ਉੱਥੇ ਚਲੇ ਗਏ ਸੀਗੇ। ਹਾਂਜੀ। ਸ੍ਰੀ ਹਰਗੋਬਿੰਦ ਨਿਸਾ ਬਿਤਾਈ। ਪਰ ਗੁਰੂ ਹਰਗੋਬਿੰਦ ਸਾਹਿਬ ਰਾਤ ਰਹੇ ਸੀਗੇ ਇਸ ਜਗ੍ਹਾ। ਹਾਂਜੀ। ਭਈ ਪ੍ਰਾਤ ਚਾਲੇ ਅਗਵਾਈ। ਤੇ ਸੱਚੇ ਪਾਤਸ਼ਾਹ ਦਿਨੇ ਫਿਰ ਇੱਥੋਂ ਚਲੇ ਗਏ ਅੱਗੇ। ਸੋ ਇਹਦੇ ਤੋਂ ਅੱਗੇ ਕਥਾ ਕੱਲ ਨੂੰ ਸੁਣਾਂਗੇ। ਸੰਗਤ ਜੀ ਵੇਖੋ ਜਦੋਂ ਤੇ ਕੀਤੀ ਸੇਵਾ ਉਰੋਂ ਤੇ ਲਈਆਂ ਖੁਸ਼ੀਆਂ, ਉਰੋਂ ਤੇ ਖੂਬ ਮਾਇਆ ਵੀ ਮਿਲੀ ਜੀ। ਤੇ ਜਦੋਂ ਆਫਰ ਕੇ ਬਹਿ ਗਿਆ ਬੰਦਾ ਤੇ ਗੁਰੂ ਜੀ ਦੇ ਆਇਆ ਵੀ ਨਹੀਂ ਉੱਠਿਆ। ਹਾਂਜੀ। ਤੇ ਫਿਰ ਮਿੰਟ ਹੀ ਲੱਗਾ ਜੀ ਸਾਰਾ ਕੁਝ ਜਾਣ ਲੱਗਿਆ ਜੀ। ਮਿੰਟ ਹੀ ਲੱਗਾ ਜੀ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਹੁਤ ਵੱਡੇ ਹਨ, ਬਹੁਤ ਵੱਡੇ ਹਨ। ਇਹ ਬਖਸ਼ਿਸ਼ਾਂ ਹੀ ਕਰਦੇ ਆ ਸਦਾ, ਅਵਲ ਪੜ੍ਹਦੇ ਹੀ ਪਾਉਂਦੇ ਆ ਮਹਾਰਾਜ ਸੱਚੇ ਪਾਤਸ਼ਾਹ। ਪਿਆਰ ਨਾਲ ਆ ਕੇ ਗੁਰੂ ਜੀ ਦੇ ਸਾਹਮਣੇ ਖਲੋ ਕੇ ਕਿਹਾ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਕਹੋ। ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ। ਜਿਹੜਾ ਸਾਰੇ ਮਿਲ ਕੇ ਇਕੱਠੇ ਹੋ ਕੇ ਕਹਿਣਗੇ ਨਾ ਧੰਨ ਚੇ ਗੁਰੂ ਸਾਹਿਬ ਤੁਸੀਂ, ਫਿਰ ਪੜਦੇ ਕੱਜੇ ਰਹਿਣਗੇ ਜੀ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੰਗਤ ਜੀ, ਕਹਿਣ ਵਾਲੇ ਨੂੰ ਕਮੀ ਨਹੀਂ ਰਹਿੰਦੀ ਜੀ, ਇੱਜ਼ਤ ਬਣੀ ਰਹਿੰਦੀ। ਕਹਿਣਾ ਸੌਖਾ, ਪਰ ਬਿਨਾਂ ਭਾਗਾਂ ਤੋਂ ਕਹਿਆ ਨਹੀਂ ਜਾਂਦਾ ਜੀ, ਕਹਿਆ ਨਹੀਂ ਜਾਂਦਾ। ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਜਿਹਨੇ ਅਨਾਦਰੀ ਕੀਤੀ ਫਿਰ ਉਹਨੇ ਖੁਸ਼ੀਆਂ ਨਹੀਂ ਲਈਆਂ ਜੀ। ਪੱਕੇ ਟਿਕਾਣੇ ਵੀ ਉਖੜ ਖਲੋਤੇ ਜੀ। ਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਾਂ ਸਾਰਿਆਂ ਨੇ ਰਲ ਕੇ ਅਰਦਾਸ ਕਰਨੀ ਹੈ। ਸੱਚੇ ਪਾਤਸ਼ਾਹ, ਗਰੀਬ ਨਵਾਜ ਮਹਾਰਾਜ, ਅਸੀਂ ਜਿਸ ਤਰ੍ਹਾਂ ਦੇ ਵੀ ਹਾਂ ਤੁਹਾਡੇ ਹਾਂ, ਤੁਹਾਡੇ ਹਾਂ ਸੱਚੇ ਪਾਤਸ਼ਾਹ। ਤੁਸੀਂ ਸਾਡੇ ਤੇ ਮਿਹਰ ਕਰਨੀ ਹੈ, ਤੁਸੀਂ ਕਿਰਪਾ ਕਰਨੀ। ਅਸੀਂ ਬੜੇ ਭੁੱਲਣਹਾਰ ਹੈਗੇ ਸੱਚੇ ਪਾਤਸ਼ਾਹ, ਤੇ ਸਾਡੇ ਭੁੱਲਿਆਂ ਤੇ ਤੁਸੀਂ ਮਿਹਰਾਂ ਕਰਨੀਆਂ। ਗੁਰੂ ਦੀ ਮਿਹਰ ਬੜੀ ਵੱਡੀ ਹੈਗੀ ਹੈ ਜੀ। ਹਾਂਜੀ, ਆਮ ਬੰਦੇ ਦੀ ਮਿਹਰ, ਛੋਟਾ ਬੰਦਾ ਛੋਟੀ ਮਿਹਰ, ਤੇ ਜੇਵੜ ਆਪ ਤੇਵੜ ਤੇਰੀ ਦਾਤ। ਦਾਤ। ਸੱਚੇ ਪਾਤਸ਼ਾਹ ਜਿੰਨੇ ਵੱਡੇ, ਓਨੀਆਂ ਵੱਡੀਆਂ ਹੀ ਗੁਰੂ ਜੀ ਦੀਆਂ ਮਿਹਰਾਂ ਨੇ। ਤੇ ਮਹਾਰਾਜ ਕੋ ਮਿਹਰ ਮੰਗਿਆ ਕਰੀਏ, ਕਿਰਪਾ ਮੰਗਿਆ ਕਰੀਏ। ਅੱਗੋਂ ਹੁਣ ਗੁਰੂ ਹਰਗੋਬਿੰਦ ਸਾਹਿਬ ਜਿੱਥੇ ਜਾਂਦੇ ਆ, ਉਹ ਆਪਾਂ ਕੱਲ ਨੂੰ ਸਾਖੀ ਸਰਵਣ ਕਰਾਂਗੇ। ਸਾਰੀਆਂ ਸੰਗਤਾਂ ਜਪੋ ਵਾਹਿਗੁਰੂ ਜੀ ਦਾ ਨਾਮ। ਸਾਰੀ ਸੰਗਤ ਗੱਜ ਕੇ ਕਹੋ ਜੀ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ। ਜਪ ਵਾਹਿਗੁਰੂ। ਹੇ ਗੁਰੂ ਜਪ ਵਾਹਿਗੁਰੂ। 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 ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਮਿਹਰ ਕਰਨ, ਸਦਾ ਅਦਬ ਹੀ ਬਣਿਆ ਰਹੇ ਜੀ। ਮੈਂ ਵੇਖਿਆ ਜੀ, ਕਈ ਬੰਦੇ ਅਰਦਾਸਾਂ ਕਰਦੇ, ਗੁਰੂ ਜੀ ਨੌਕਰੀ ਦਿਓ, ਮਹਾਰਾਜ ਜੀ ਕੰਮ ਕਾਰ ਨਹੀਂ ਚੱਲਦਾ। ਹਾਂਜੀ, ਉਹ ਆ ਕੇ ਅਰਦਾਸਾਂ ਵੀ ਕਰਾਉਂਦੇ ਜੀ ਇੱਥੇ। ਤੇ ਜਦੋਂ ਕੰਮ ਕਾਰ ਚੱਲ ਪੈਂਦਾ ਨਾ ਜੀ, ਨੌਕਰੀ ਮਿਲ ਜਾਂਦੀ ਤੇ ਕੰਮ ਕਾਰ ਚੱਲਦਾ, ਮੁੜ ਗੁਰੂ ਜੀ ਦੇ ਦਰਸ਼ਨ ਕਰਨ ਵੀ ਨਹੀਂ ਆਉਂਦੇ ਜੀ। ਹਾਂਜੀ, ਤੇ ਫਿਰ ਜਦੋਂ ਕੰਮ ਕਾਰ ਢਿੱਲਾ, ਫਿਰ ਮਹਾਰਾਜ ਕਰ ਦਿਓ ਮਿਹਰ। ਸੱਚੇ ਪਾਤਸ਼ਾਹ, ਸੱਚੇ ਪਾਤਸ਼ਾਹ ਤੁਹਾਡੇ ਹੀ ਹੈਗੇ, ਮਿਹਰ ਕਰ ਦਿਓ। ਤੇ ਮਹਾਰਾਜ ਤੇ ਫਿਰ ਮਿਹਰ ਕਰ ਦਿੰਦੇ ਜੀ। ਹਾਂਜੀ, ਹੁਣ ਤੁਸੀਂ ਸੁਣਿਆ ਨਾ, ਜਦੋਂ ਉਹ ਅੰਨਾ ਹੀਗਾ ਪਿੰਗਲਾ ਹੀ ਕਿਵੇਂ ਤਰਲੇ ਲਏ, ਮਹਾਰਾਜ ਮਿਹਰ ਕਰ ਦਿਓ। ਲਾਈ ਧੂੜੀ ਤੇ ਕੰਮ ਬਣ ਗਿਆ ਜੀ।
ਹਾਂਜੀ। ਤੇ ਜਦੋਂ ਆ ਗਈ ਮਾਇਆ ਫਿਰ ਉੱਠ ਕੇ ਵੀ ਸਤਿਕਾਰ ਨਹੀਂ ਕੀਤਾ ਜੀ, ਸਤਿਕਾਰ ਨਹੀਂ ਫਿਰ ਕੀਤਾ ਜੀ। ਉਹ ਅੰਦਰ ਬਦਲ ਗਿਆ ਨਾ, ਤੇ ਜਦੋਂ ਅੰਦਰ ਬਦਲਿਆ ਮਹਾਰਾਜ ਨੇ ਕੱਟਤੀ ਡੋਰ ਜੀ। ਚੇਤੇ ਰੱਖੋ ਗੁੱਡੀ ਚੜੀ ਹੈਗੀ ਜੀ, ਤੇ ਡੋਰ ਤੇ ਪਿੱਛੇ ਮਹਾਰਾਜ ਦੀ ਚਰਖੜੀ ਚੱਲ ਰਹੀ ਸੀ ਨਾ, ਪਿੰਨਾ ਤੇ ਮਹਾਰਾਜ ਦਾ ਹੀ, ਅਗਲਿਆਂ ਕੱਟਤੀ। ਹਾਂਜੀ, ਇਸ ਕਰਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਮਿਹਰ ਕਰਨ, ਸਦਾ ਹੀ ਗੁਰੂ ਜੀ ਦੇ ਚਰਨਾਂ ਚ ਆਉਣਾ, ਸਦਾ ਹੀ ਗੁਰੂ ਜੀ ਕੋਲੋਂ ਬਖਸ਼ਿਸ਼ਾਂ ਲੈਣੀਆਂ। ਗੁਰੂ ਜੀ ਬੜੇ ਬਖਸ਼ਿੰਦ ਨੇ, ਬੜੇ ਬਖਸ਼ਿੰਦ ਨੇ, ਸਦਾ ਮਿਹਰਾਂ ਹੀ ਕਰਦੇ ਨੇ ਜੀ, ਸਦਾ ਮਿਹਰਾਂ ਕਰਨਗੇ ਮਹਾਰਾਜ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ। ਸਾਧ ਸੰਗਤ ਜੀ, ਗੁਰਪੁਰਬ ਕਿੱਦਣ ਹੈ?